3 ਸਾਲਾਂ ਦੇ ਵਿੱਚ 3 ਮੌਤਾਂ ਹੁੰਦੀਆਂ ਨੇ, ਘਰ ਖਾਲੀ ਹੋ। 3 ਸਾਲ 'ਚ ਸਾਡੇ ਘਰੇ 3 ਡੈਥ ਹੋ ਗਈ। ਪਹਿਲਾਂ ਫਾਦਰ ਸਾਹਿਬ ਗਏ, ਫਿਰ ਬ੍ਰਦਰ ਚਲੇ ਗਏ, ਫਿਰ ਸਿਸਟਰ ਚਲੇ ਗਈ। 32 ਹਸਪੀਟਲ 'ਚ ਪਾਪਾ ਹਫਤਾ ਐਡਮਿਟ ਰਹਿੰਦੇ ਆ। ਉੱਥੇ ਨਾ ਡਾਕਟਰ ਉਹਨਾਂ ਨੂੰ ਬੋਲਦੇ ਆ ਕਿ ਇਹਨਾਂ ਦੇ ਨਾ ਖੂਨ ਦਾ ਸਰਕਲ ਪ੍ਰੋਪਰ ਨਹੀਂ ਚੱਲ ਰਿਹਾ, ਵੀ ਤੁਸੀਂ ਸਾਨੂੰ ਵੈਂਟੀਲੇਟਰ ਤੇ ਲਗਾਉਣਾ ਪੈਣਾ ਹੈ। 2 ਦਿਨ ਵੈਂਟੀਲੇਟਰ ਤੇ, ਤੀਸਰੇ ਦਿਨ ਪਾਪਾ ਦੀ ਡੈਥ ਹੋ ਜਾਂਦੀ। ਸਾਡਾ ਸਹਾਰਾ ਸਾਡਾ ਬ੍ਰਦਰ ਹੁੰਦਾ ਏ। ਰਾਤ ਨੂੰ ਸੌਂਦਾ ਹੈ ਵਧੀਆ, ਰੋਟੀ ਪਾਣੀ ਖਾ ਕੇ, ਤੇ ਸਵੇਰੇ ਉਠਾਣਗੇ ਜਾਂ ਉੱਠਦਾ ਹੀ ਨਹੀਂ। ਅਸੀਂ ਉਸੇ ਟਾਈਮ ਚੱਕ ਕੇ ਹਸਪੀਟਲ ਲੈ ਜਾਂਦੇ ਹਾਂ। ਡਾਕਟਰ ਕਹਿੰਦੇ ਡੈਡ ਹੋ ਗਿਆ, ਇਹਨੂੰ ਸਾਇਲੈਂਟ ਅਟੈਕ ਹੈ। ਫਿਰ ਢਾਬੇ ਪਰ ਮੈਂ ਬੈਠਦੀ ਹਾਂ 2020 ਦੇ ਜਾਣ ਤੋਂ ਬਾਅਦ। ਬ੍ਰਦਰ ਦੇ ਜਾਣ ਤੋਂ ਬਾਅਦ ਜਦੋਂ ਕੁਝ ਨਹੀਂ ਨਾ ਲੱਗਦਾ ਵੀ ਇੱਥੇ ਬੈਠਣ ਵਾਲਾ ਕੋਈ ਨਹੀਂ ਹੈ। ਇੱਕ ਦਿਨ ਕੀ ਹੁੰਦਾ, ਮੇਰੇ ਨਾਲ ਰਾਤ ਨੂੰ 1:30 ਦਾ ਟਾਈਮ ਹੁੰਦਾ ਤੇ ਮੈਂ ਘਰੇ ਜਾਂਦੀ ਹਾਂ। ਜਦੋਂ ਰਸਤੇ 'ਚ ਨਾ ਮੇਰੇ ਮਗਰ ਗੱਡੀ ਲੱਗ ਜਾਂਦੀ ਹੈ। ਗੱਡੀ ਲੱਗਦੀ ਹੈ ਤੇ ਮੈਂ ਇਕੱਲੀ ਕੁੜੀ, ਦਸੰਬਰ ਦੇ ਮਹੀਨੇ ਤੁਹਾਨੂੰ ਪਤਾ ਬਹੁਤ ਧੁੰਦ ਪੈਂਦੀ ਹੈ, ਔਰ ਜਿਹੜਾ ਰਸਤਾ ਹੈ ਉਹ ਬਿਲਕੁਲ ਨਹਿਰੀ ਆ, ਸੁਨਸਾਨ ਰਸਤਾ ਹੈ। ਤੇ ਜਦੋਂ ਜਾਂਦੇ ਹਾਂ ਗੱਡੀ ਮਗਰ ਲੱਗਦੀ ਤੇ ਮੈਂ ਬੜੀ ਮਤਲਬ ਹਿੰਮਤ ਨਾਲ ਜਾਈ ਜਾਂਦੀ ਹਾਂ। ਫਿਰ ਮੈਂ ਜਾ ਕੇ ਨਾ ਇੱਕ ਘਰ ਦੇ ਅੱਗੇ ਐਕਟਿਵਾ ਖੜੀ ਕਰ ਦਿੰਦੀ ਹਾਂ ਵੀ ਅਗਰ ਬਾਈ ਚਾਂਸ ਇਹ ਮੈਨੂੰ ਕੁਝ ਕਹਿੰਦੀ ਹੋਵੇ ਤਾਂ ਮੈਂ ਉਹ ਘਰ ਨੂੰ ਨਾ ਦਰਵਾਜ਼ਾ ਖੜਕਾ ਕੇ ਮੈਂ ਹੈਲਪ ਮੰਗ ਸਕਾਂ। ਪਰ ਉੱਥੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਕਿ ਉਹ ਗੱਡੀ ਨਾ ਜਦੋਂ ਵੇਖਦੀ ਆ ਕਿ ਪਿੰਡ 'ਚ ਵੜ ਗਏ ਨੇ, ਉਹ ਗੱਡੀ ਉੱਥੋਂ ਵਾਪਸ ਚਲੇ ਜਾਂਦੀ ਹੈ, ਉਹ ਮੇਰੇ ਮਗਰ ਨਹੀਂ ਆਉਂਦੀ ਦੁਬਾਰਾ। ਮੁੰਡੇ ਹੀ ਕਈ ਵਾਰ ਐਵੇਂ ਦੇ ਆ ਜਾਂਦੇ ਆ ਕਿ ਦੇਖਦੇ ਕੁੜੀ ਖੜੀ ਆ, ਪਤਾ ਨਹੀਂ ਕਿਉਂ ਖੜੀ ਆ, ਉਹ ਗਲਤ ਨਜ਼ਰ ਨਾਲ ਵੇਖਦੇ ਆ, ਫਿਰ ਨਾ ਉਹ ਗਲਤ ਬਿਹੇਵ ਕਰਦੀ ਆ। ਮੇਰੇ ਕੋਲ ਮੁੰਡੇ ਖਾਣ ਪੀਣ ਆਉਂਦੇ ਆ, ਖਾ ਪੀ ਕੇ ਜਦੋਂ ਬਿੱਲ ਬਣਵਾਉਂਦੇ ਆ ਜਾਣ ਲੱਗਦੇ ਆ, ਮੈਂ ਉਹਨਾਂ ਸਿਰੋਂ ਤੋਂ ਬਿੱਲ ਲੈਂਦੇ ਆ ਤੇ ਉਹ ਕਹਿ ਦਿੰਦੇ ਆ ਵੀ ਇੰਨਾ ਬਿੱਲ ਕਿਵੇਂ ਬਣ ਗਿਆ। ਅਸੀਂ ਦੱਸਦੇ ਆ ਵੀ ਤੁਹਾਡਾ ਬਿੱਲ ਐਵੇਂ ਬਣਿਆ, ਮਤਲਬ ਗਾਹ ਪਾ ਲਿਆ ਬਿੱਲ ਪਿੱਛੇ, ਰੋਲਾ ਪਾਉਣ ਲੱਗ ਗਏ। ਰੋਲਾ ਪਾਇਆ ਤੇ ਮੈਂ ਉਹਨਾਂ ਨੂੰ ਕਿਹਾ ਵੀਰੇ ਚਲੋ ਤੁਸੀਂ ਜੋ ਦੇਣਾ ਉਹ ਦੇ ਦਿਓ, ਕੋਈ ਚੱਕਰ ਨਹੀਂ ਹੈ। ਉਹਨਾਂ ਵਿੱਚ ਇੱਕ ਮੁੰਡਾ ਆਇਆ, ਉਹਨੇ ਨਾ ਆ ਕੇ ਮੈਨੂੰ ਭੈਣ ਦੀ ਗਾਲ ਕੱਢਤੀ। ਉਹਨੇ ਭੈਣ ਦੀ ਗਾਲ ਕੱਢੀ, ਇੰਨੀ ਗੰਦੀ ਗਾਲ ਕੱਢੀ ਕਿ ਸੁਣੀ ਨਹੀਂ ਗਈ। ਤੇ ਮੈਂ ਉਹਨੂੰ ਇੱਕੋ ਗੱਲ ਅੱਗੇ ਤੋਂ ਕਹੀ, ਮੈਂ ਕਿਹਾ ਵੀਰੇ ਜੇ ਤੇਰੀ ਭੈਣ ਹੁੰਦੀ ਤੂੰ ਆਪਣੀ ਭੈਣ ਨਾਲ ਐਵੇਂ ਕਰਦਾ। ਉਸ ਤੋਂ ਬਾਅਦ ਨਾ ਬੜੀ ਉੱਚੀ ਉੱਚੀ ਬੋਲਣ ਲੱਗ ਗਿਆ, ਬੜੀ ਉੱਚੀ ਉੱਚੀ। ਮੈਂ ਨਾ ਪੁਲਿਸ ਨੂੰ ਫੋਨ ਕੀਤਾ, ਪੁਲਿਸ ਸਟੇਸ਼ਨ ਮੇਰਾ ਕਿਸੇ ਨੇ ਫੋਨ ਨਹੀਂ ਚੱਕਿਆ। ਤੇ ਮੈਂ ਉਸ ਟਾਈਮ ਬੜਾ ਜ਼ਿਆਦਾ ਰੋਣਾ, ਬੜਾ ਹੀ ਰੋਣਾ ਆਇਆ ਵੀ ਮੁੰਡੇ ਹੋ ਕੇ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਮੈਨੂੰ ਗਾਲ ਕੱਢਤੀ, ਉਹ ਵੀ ਭੈਣ ਦੀ, ਕਿ ਪਤਾ ਨਹੀਂ ਸ਼ਾਇਦ ਸ਼ੌਂਕ ਦੀ ਮਾਰੀ ਖੜੀ ਆ ਜਾਂ ਵੈਸੇ ਖੜੀ ਆ। ਮੇਰਾ ਆਹ ਕੰਮ ਕਰਨਾ ਕੋਈ ਸ਼ੌਂਕ ਨਹੀਂ, ਮੇਰੀ ਮਜਬੂਰੀ ਹੈ। ਮੈਂ ਸਿਰਫ ਮਜਬੂਰੀ 'ਚ ਖੜੀ ਹਾਂ। ਘਰੇ ਜਾ ਕੇ ਵੱਢ ਖਾਣ ਨੂੰ ਪੈਂਦਾ, ਘਰ ਵੀ ਕੋਈ ਹੈ ਹੀ ਨਹੀਂ। ਛੱਡਤਾ ਮੈਡਮ, ਇਸੀ ਗੱਲ ਕਰਕੇ ਘਰ ਛੱਡਤਾ। ਜਿਹੜੇ ਘਰ ਦੇ ਵਿੱਚ ਕਿਸ ਟਾਈਮ ਵਿਆਹਾਂ ਵਰਗੇ ਦਿਨ ਹੁੰਦੇ ਸੀ ਨਾ, ਅੱਜ ਉੱਥੇ ਬਿਲਕੁਲ ਸਨਾਟਾ ਛਾਇਆ ਪਿਆ। ਦਿਲ ਨਹੀਂ ਕਰਦਾ ਮੈਡਮ ਘਰੇ ਜਾਣੇ ਨੂੰ, ਐਵੇਂ ਲੱਗਦਾ ਕਿ ਕਿਸੇ ਓਪਰੇ ਜਿਹੇ ਘਰ 'ਚ ਆ ਗਏ ਆ। ਯਾਦ ਆਉਂਦੀ ਆ ਉਹਨਾਂ ਦੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਕਈ ਵਾਰ ਤਾਂ ਦੁੱਖ ਐਵੇਂ ਦਾ ਹੁੰਦਾ ਹੈ, ਖੁਦ ਮੂੰਹੋਂ ਨਿਕਲ ਜਾਂਦਾ ਕਿ ਵਾਹਿਗੁਰੂ ਪਿਓ ਨਹੀਂ ਮਰਦਾ, ਅਸੀਂ ਮਰ ਜਾਂਦੇ। ਮਾਂ ਬਾਪ ਦੇ ਅੱਗੇ ਬੱਚੇ ਮਰ ਜਾਣ, ਮਾਂ ਬਾਪ ਰਹਿ ਲੈਂਦੇ ਆ, ਪਰ ਕਿਸੇ ਦਾ ਨਾ ਮਾਂ ਪਿਓ ਨਹੀਂ ਮਰਨਾ ਚਾਹੀਦਾ। ਬਹੁਤ ਔਖੇ ਮਾਂ ਪਿਓ ਬਿਨਾ। ਮੇਰਾ ਤਾਂ ਕੰਮ ਹੀ ਇਦਾਂ ਦਾ, ਮੇਰੇ ਤਾਂ ਚਾਹ ਹੀ ਮਰ ਗਏ ਨਹੀਂ। ਪਤਾ ਹੀ ਨਹੀਂ ਕਿ ਖੁਸ਼ ਕਿਵੇਂ ਹੋਇਆ ਜਾਂਦਾ। ਮੈਨੂੰ ਲੱਗਦਾ ਮੈਨੂੰ ਖੁਸ਼ ਹੋਈ ਨੂੰ 4 ਸਾਲ ਹੋ ਗਏ। ਮੈਂ ਕਦੀ ਕੋਈ ਫੰਕਸ਼ਨ ਨਹੀਂ ਅਟੈਂਡ ਕੀਤਾ। ਰਿਸ਼ਤੇਦਾਰ ਛੁੱਟ ਗਏ ਨੇ, ਰਿਸ਼ਤੇਦਾਰਾਂ ਨੇ ਸਾਨੂੰ ਬੁਲਾਣਾ ਹੀ ਬੰਦ ਕਰਤਾ। ਸਾਨੂੰ ਕੋਈ ਵਿਆਹਾਂ ਦੇ ਵਿੱਚ ਵੀ ਨਹੀਂ ਬੁਲਾਉਂਦਾ, ਇਹ ਸੋਚ ਕੇ ਨਹੀਂ ਬੁਲਾਉਂਦੇ ਵੀ ਸਾਨੂੰ ਕੀ ਦੇਣਗੇ। ਸਾਨੂੰ ਤਾਂ ਲੋਕੀ ਇਹ ਵੀ ਕਹਿੰਦੇ ਯਾਰ ਇਹਨਾਂ ਦੇ ਮੱਥੇ ਲਾਕੇ ਦਾ ਕੰਮ ਹੀ ਨਹੀਂ ਬਣਨਾ। ਇਹਨਾਂ ਦੇ ਘਰੇ ਤਾਂ 3 ਮੌਤਾਂ ਹੋ ਗਈਆਂ, ਇਹਨਾਂ ਦੇ ਮੱਥੇ ਲਾਕੇ ਦਾ ਕੰਮ ਹੀ ਨਹੀਂ ਬਣਨਾ। ਤੇ ਜੇ ਉਹਨਾਂ ਦਾ ਕੰਮ ਸਾਡੇ ਮੱਥੇ ਲੱਗ ਕੇ ਨਹੀਂ ਬਣਦਾ ਤੇ ਅਸੀਂ ਕਿਹਦੇ ਮੱਥੇ ਲੱਗੀਏ? ਸਾਡੇ ਖੁਦ ਦੇ ਘਰ 3 ਡੈਥ ਹੋਈਆਂ, ਫਿਰ ਅਸੀਂ ਕਿਹਨੂੰ ਦੇਖ ਕੇ ਮੈਡਮ ਆਪਣਾ ਕੰਮ ਸ਼ੁਰੂ ਕਰੀਏ? ਬੜਾ ਰੋਣਾ ਆਉਂਦਾ ਏ ਕਿ ਕਾਸ਼ ਅੱਜ ਪਿਓ ਖੜਾ ਹੁੰਦਾ ਤੇ ਮੈਂ ਇੱਥੇ ਨਾ ਖੜੀ ਹੁੰਦੀ, ਲੋਕਾਂ ਦੀ ਗੱਲਾਂ ਨਾ ਸੁਣਦੀ। ਲੋਕਾਂ ਦੀ ਗੱਲਾਂ ਸੁਣਨੀਆਂ ਬਹੁਤ ਔਖੀਆਂ ਨੇ, ਬਹੁਤ ਜ਼ਿਆਦਾ। ਪਿਓ ਤੋਂ ਬਿਨਾਂ ਨਹੀਂ ਗੱਲਾਂ ਸੁਣੀਆਂ ਜਾਂਦੀਆਂ, ਬੜਾ ਔਖਾ ਏ। ਦਿਨ ਹੀ 4 ਸਾਲਾਂ ਦੇ ਵਿੱਚ ਨਿਕਲਿਆ ਕਿ ਜਿਸ ਦਿਨ ਅਸੀਂ ਨਾ ਰੋਏ ਹੋਈਏ। ਅਗਰ ਪੂਰਾ ਦਿਨ ਸਾਡਾ ਸਹੀ ਜਾਂਦਾ ਹੈ ਤਾਂ ਰਾਤ ਨੂੰ ਰੋ ਲੈਂਦੇ ਹਾਂ, ਨਹੀਂ ਕਈ ਵਾਰ ਤਾਂ ਐਵੇਂ ਤਾਂ ਹੁੰਦਾ ਕਿ ਸਵੇਰੇ ਦਿਨ ਚੜ੍ਹਦੇ ਹੀ ਰੋ ਲੈਂਦੇ ਹਾਂ। ਰੂਹ ਮਰ ਗਈ ਮੈਡਮ, ਮੇਰੇ ਸ਼ੌਂਕ ਮਰ ਗਏ ਨੇ। ਅਗਰ ਮੇਰੀ ਲਾਈਨ ਇੱਦਾਂ ਦੀ ਆ, ਮੈਂ ਨਾ ਇੱਥੇ ਜ਼ਿਆਦਾ ਕੋਈ ਵਧੀਆ ਮਤਲਬ ਕੱਪੜਾ ਪਾ ਕੇ ਨਹੀਂ ਆ ਸਕਦੇ। ਲੋਕੀ ਫਿਰ ਨਾ ਉਹਨਾਂ ਨੇ ਨਜ਼ਰਾਂ ਐਵੇਂ ਜੱਜ ਕਰਦੀਆਂ ਨੇ, ਯਾਰ ਪਤਾ ਨਹੀਂ ਕਿਉਂ ਇੰਨਾ ਸਜ ਧਜ ਕੇ ਖੜਦੀ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਹਰ ਕਿਸੇ ਦੀ ਗੱਲ ਕਰੀਏ ਤਾਂ ਹਰ ਕਿਸੇ ਦੀ ਜ਼ਿੰਦਗੀ ਜਿਹੜੀ ਆ ਉਹ ਸਮੂਥ ਨਹੀਂ ਚੱਲਦੀ। ਅਸੀਂ ਕਿਸੇ ਵੀ ਦੂਜੇ ਪਰਸਨ ਦੇ ਨਾਲ ਗੱਲਬਾਤ ਕਰ ਲਈਏ, ਹਰੇਕ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਨੇ। ਤੇ ਅਸਲ ਇਨਸਾਨ ਉਹੀ ਹੈ ਜਿਹੜਾ ਹਾਲਾਤਾਂ ਦੇ ਨਾਲ ਚੱਲਦਾ ਹੋਇਆ ਅੱਗੇ ਵੱਧਦਾ ਹੈ। ਅੱਜ ਇਹ ਗੱਲਾਂ ਤਾਂ ਕਰ ਰਹੀ ਹਾਂ ਕਿਉਂਕਿ ਅੱਜ ਤੁਹਾਡੀ ਮੁਲਾਕਾਤ ਮੈਂ ਮਨਦੀਪ ਕੌਰ ਦੇ ਨਾਲ ਕਰਵਾਉਣ ਜਾ ਰਹੀ ਹਾਂ। ਮਨਦੀਪ ਕੌਰ ਭੈਣ ਹੁਣੇ ਇਕੱਲੇ ਨੇ, ਢਾਬਾ ਚਲਾਉਂਦੇ ਨੇ ਇੱਕ, ਤੇ ਬਹੁਤ ਵੱਖਰੀ ਜੀ ਮਿਸਾਲ ਇਹਨਾਂ ਨੇ ਕਾਇਮ ਕੀਤੀ ਕਿਉਂਕਿ ਇਕੱਲੇ ਸਾਰਾ ਕੰਮ ਕਰਦੇ। ਇਹਨਾਂ ਦੇ ਮਦਰ ਹੁੰਦੇ ਨਾਲ। ਤੇ ਢਾਬਾ ਚਲਾਉਣ ਦਾ ਕਾਰਨ ਕੀ ਆ?
ਪੜ੍ਹੇ ਲਿਖੇ ਹੋਏ ਨੇ, ਐਮਫਿਲ ਕੀਤੀ ਹੋਈ ਇਹਨਾਂ ਨੇ, ਤੇ ਕੁਝ ਜ਼ਿੰਦਗੀ ਦੇ ਵਿੱਚ ਇਦਾਂ ਦਾ ਵਾਪਰਦਾ ਹੈ ਕਿ ਇਹਨਾਂ ਨੂੰ ਇਹ ਕੰਮ ਸਾਂਭਣਾ ਪੈਂਦਾ ਹੈ। ਇਹ ਕੰਮ ਇਹਨਾਂ ਦੇ ਫਾਦਰ ਸਾਹਿਬ ਨੇ ਖੋਲ੍ਹਿਆ ਹੋਇਆ। ਹਾਲਾਤ ਇਹੋ ਜਿਹੇ ਹੁੰਦੇ ਨੇ ਕਿ 3 ਸਾਲਾਂ ਦੇ ਵਿੱਚ 3 ਮੌਤਾਂ ਹੁੰਦੀਆਂ ਨੇ, ਘਰ ਖਾਲੀ ਹੋ ਜਾਂਦਾ। ਫਾਦਰ ਸਾਹਿਬ ਚਲੇ ਜਾਂਦੇ, ਬ੍ਰਦਰ ਚਲਾ ਜਾਂਦਾ, ਫਿਰ ਭੈਣ ਸੀਗੇ ਉਹ ਵੀ ਚਲੇ ਜਾਂਦੇ ਨੇ, ਤੇ ਭੈਣ ਦਾ ਇਲਾਜ ਕਰਾਉਂਦੇ 25 ਲੱਖ ਰੁਪਇਆ ਕਰਜ਼ਾ ਵੀ ਹੁੰਦਾ ਇਹਨਾਂ ਦੇ ਉੱਤੇ। ਤੇ ਭੈਣ ਹੁਣੇ ਫਿਰ ਆਪ ਜਿਹੜੇ ਫਾਦਰ ਸਾਹਿਬ ਨੇ ਇਹਨਾਂ ਦਾ ਢਾਬਾ ਖੋਲ੍ਹਿਆ ਹੁੰਦਾ ਉਹਨੂੰ ਚਲਾਉਂਦੇ ਨੇ। ਤੇ ਅੱਜ 4 ਸਾਲ ਹੋ ਗਏ ਨੇ ਇਹਨਾਂ ਨੂੰ ਇਹ ਕੰਮ ਕਰਦੇ ਆ। ਅੱਜ ਗੱਲਬਾਤ ਕਰਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਮੈਮ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਮੈਮ। ਕਿਵੇਂ ਹੋ, ਠੀਕ ਹੋ? ਹਾਂਜੀ ਮੈਮ ਵਧੀਆ। ਪਹਿਲਾਂ ਤਾਂ ਤੁਹਾਡੀ ਹਿੰਮਤ ਦੀ ਦਾਦ ਦਿੰਦੇ ਆ ਵੀ ਤੁਸੀਂ ਇਕੱਲੇ ਹੈ ਨਾ ਢਾਬਾ ਚਲਾ ਰਹੇ ਹੋ, 4 ਸਾਲ ਹੋ ਗਏ ਹੈ ਨਾ, ਕੁੜੀ ਹੋ ਕੇ ਬਹੁਤ ਔਖਾ ਹੁੰਦਾ ਹੈ ਨਾ ਡੀਲ ਕਰਨਾ। ਕਿੱਦਾਂ ਸਰਕਮਸਟੈਂਸਸ ਬਣਦੇ ਨੇ ਵੀ ਤੁਸੀਂ ਇੱਥੇ ਤੱਕ ਪਹੁੰਚਦੇ ਹੋ? ਪੜ੍ਹੇ ਲਿਖੇ ਹੋ, ਪੜ੍ਹ ਲਿਖ ਕੇ ਬੰਦਾ ਸੋਚਦਾ ਮੈਂ ਜੌਬ ਕਰਾਂ ਜਾਂ ਅੱਗੇ ਕੁਛ ਹੈ ਨਾ ਵਧੀਆ ਬਿਜ਼ਨਸ ਕਰਾਂ ਜਾਂ ਕੁਛ ਵੀ, ਪਰ ਤੁਸੀਂ ਜਿਹੜਾ ਤੁਹਾਡੇ ਫਾਦਰ ਸਾਹਿਬ ਨੇ ਕੰਮ ਸ਼ੁਰੂ ਕੀਤਾ ਉਹ ਕੰਮ ਕਰਦੇ ਹੋ। ਕੀ ਹਾਲਾਤ ਬਣਦੇ ਨੇ? ਮੈਮ 2018 ਤੱਕ ਮੇਰੇ ਹਾਲਾਤ ਬੜੇ ਵਧੀਆ ਸੀ। ਮੇਰੀ ਐਕਚੁਅਲੀ ਮੇਰੀ ਪੂਰੀ ਫੈਮਿਲੀ ਦੇ ਹਾਲਾਤ ਬੜੇ ਵਧੀਆ ਸੀ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਗਰੀਬੀ ਸ਼ਬਦ ਕਹਿੰਦੇ ਕਿਹਨੂੰ ਆ। ਸੁਣਦੇ ਹੁੰਦੇ ਸੀ ਕਿਸੇ ਦੇ ਮੂੰਹੋਂ, ਪਰ ਸਾਨੂੰ ਨਹੀਂ ਇਸ ਗੱਲ ਬਾਰੇ ਪਤਾ ਸੀ ਕਿਉਂਕਿ ਸਾਨੂੰ ਕਦੇ ਸਾਡੇ ਫਾਦਰ ਸਾਹਿਬ ਨੇ ਅਹਿਸਾਸ ਹੀ ਨਹੀਂ ਹੋਣ ਦਿਆ। ਬੜੇ ਵਧੀਆ ਹਾਲਾਤ ਸੀ। ਮੈਂ ਐਮਫਿਲ ਕੀਤੀ ਆ, 2 ਸਾਲ ਮੈਂ ਜੋਬ ਵੀ ਕੀਤੀ ਆ, ਪਰ ਇੱਕਦਮ ਸਾਡੇ ਤੇ ਨਾ ਕੁਦਰਤ ਦਾ ਕਹਿਰ ਵਰਤਦਾ ਹੈ, ਜਿਹਦੇ ਵਿੱਚ ਮੇਰੇ 2019 ਚ ਮੇਰੇ ਪਾਪਾ ਦੀ ਡੈਥ ਹੋ ਜਾਂਦੀ ਆ। ਉਹ ਡੈਥ ਜਦੋਂ ਪਾਪਾ ਦੀ ਹੁੰਦੀ ਆ ਸਭ ਕੁਝ ਵਿਖਰ ਜਾਂਦਾ ਹੈ, ਪਰ ਅਸੀਂ ਇੰਨਾ ਨਹੀਂ ਵਿਖਰੇ ਸੀ ਕਿਉਂਕਿ ਮੇਰੇ ਬ੍ਰਦਰ ਹੈਗੇ ਸੀ ਨਿੱਕੇ। ਉਹਨਾਂ ਨੇ ਜੋ ਮੇਰੇ ਪਾਪਾ ਨੇ ਬਿਜ਼ਨਸ ਖੋਲ੍ਹਿਆ ਸੀ ਢਾਬਾ ਸਾਡਾ, ਉਹ ਉਹਨਾਂ ਨੇ ਸਾਂਭ ਲਿਆ। ਤਾਂ ਫਾਦਰ ਸਾਹਿਬ ਦੀ ਡੈਥ ਹੁੰਦੀ ਕਿੱਦਾਂ? ਪਾਪਾ ਦੀ ਡੈਥ ਬਸ ਇੱਕ ਬਹਾਨਾ ਹੀ ਬਣਦਾ, ਉਹਨਾਂ ਦਾ BP ਲੋ ਹੋ ਜਾਂਦਾ ਹੈ ਤੇ ਅਸੀਂ ਉਹਨਾਂ ਨੂੰ ਇੱਥੇ ਸਾਡਾ ਲੋਕਲ ਹਸਪੀਟਲ ਰੋਪੜ, ਅਸੀਂ ਉੱਥੇ ਲੈ ਕੇ ਜਾਂਦੇ ਹਾਂ। ਡਾਕਟਰ ਬੋਲਦੇ ਆ ਵੀ ਅੱਜ ਐਤਵਾਰ ਹੈ, ਐਤਵਾਰ ਕਰਕੇ ਵੀ ਸਾਡੇ ਕੋਲ ਇੰਜੈਕਸ਼ਨ ਅਵੇਲੇਬਲ ਨਹੀਂ ਹੈਗਾ, ਤੁਸੀਂ ਇਹਨਾਂ ਨੂੰ 32 'ਚ ਲੈ ਜਾਓ। ਸਾਨੂੰ 32 ਰੈਫਰ ਕਰਦੇ ਹਾਂ, ਅਸੀਂ 32 ਲੈ ਜਾਂਦੇ ਹਾਂ। 32 ਹਸਪੀਟਲ 'ਚ ਪਾਪਾ ਹਫਤਾ ਐਡਮਿਟ ਰਹਿੰਦੇ ਆ। ਉੱਥੇ ਨਾ ਡਾਕਟਰ ਉਹਨਾਂ ਨੂੰ ਬੋਲਦੇ ਆ ਕਿ ਇਹਨਾਂ ਦੇ ਨਾ ਖੂਨ ਦਾ ਸਰਕਲ ਪ੍ਰੋਪਰ ਨਹੀਂ ਚੱਲ ਰਿਹਾ, ਵੀ ਤੁਸੀਂ ਸਾਨੂੰ ਵੈਂਟੀਲੇਟਰ ਤੇ ਲਗਾਉਣਾ ਪੈਣਾ ਹੈ। 2 ਦਿਨ ਵੈਂਟੀਲੇਟਰ ਤੇ, ਤੀਸਰੇ ਦਿਨ ਪਾਪਾ ਦੀ ਡੈਥ ਹੋ ਜਾਂਦੀ ਹੈ। ਬਸ ਉਸ ਤੋਂ ਬਾਅਦ ਸਾਡੀ ਜੋ ਜ਼ਿੰਦਗੀ ਸੀ ਨਾ ਉਹ ਬਿਲਕੁਲ ਹੀ ਬਦਲ ਗਈ। ਇੱਕ ਤਾਂ ਹੁੰਦਾ ਵੀ ਉਤਾਰ, ਸਭ ਦੀ ਲਾਈਫ 'ਚ ਅਪ ਡਾਊਨਸ ਚੱਲਦੇ ਆ, ਬਟ ਇੰਨੇ ਨਹੀਂ ਚੱਲਦੇ ਜੋ ਮੇਰੀ ਲਾਈਫ 'ਚ ਹੋਇਆ। ਮੇਰੀ ਲਾਈਫ ਬਿਲਕੁਲ ਹੀ ਬਦਲ ਗਈ। ਵਾਹਿਗੁਰੂ ਨੇ ਸਾਨੂੰ ਨਾ ਅਰਸ਼ਾਂ ਤੋਂ ਫਰਸ਼ਾਂ ਤੇ ਇਸੇ ਹਿਸਾਬ ਨਾਲ ਸੁੱਟਿਆ ਕਿ ਅਸੀਂ ਦੁਬਾਰਾ ਉੱਠਣ ਜੋਗੇ ਨਹੀਂ ਰਹੇ। ਪਾਪਾ ਦੀ ਡੈਥ ਹੁੰਦੀ ਆ, 1 ਸਾਲ ਰੋ ਕੇ ਕੱਢ ਦਿੰਨੇ ਆ। ਸਾਡਾ ਸਹਾਰਾ ਸਾਡਾ ਬ੍ਰਦਰ ਹੁੰਦਾ ਏ, ਉਹ ਪੂਰਾ ਕੰਮ ਸਾਂਭ ਲੈਂਦਾ ਏ, ਉਹ ਪੂਰੀ ਜ਼ਿੰਮੇਵਾਰੀ ਪਾਪਾ ਵਾਲੀ ਚੁੱਕਦਾ ਏ। ਉਸ ਤੋਂ ਬਾਅਦ ਕੀ ਹੁੰਦਾ, ਫਿਰ ਉਹੀ ਨਵਾਂ ਸਾਲ 2020 ਜਨਵਰੀ ਦਾ ਮਹੀਨਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਜਾਂਦੀ ਹੈ 27 ਜਨਵਰੀ ਨੂੰ। ਬ੍ਰਦਰ ਦੀ ਡੈਥ ਦਾ ਵੀ ਵਾਹਿਗੁਰੂ ਦਾ ਕਹਿਰ ਹੀ ਕਹਿ ਸਕਦੀ ਹਾਂ। ਰਾਤ ਨੂੰ ਸੌਂਦਾ ਹੈ ਵਧੀਆ, ਰੋਟੀ ਪਾਣੀ ਖਾ ਕੇ, ਤੇ ਸਵੇਰੇ ਉਠਾਣਗੇ ਜਾਂ ਉੱਠਦਾ ਹੀ ਨਹੀਂ। ਅਸੀਂ ਉਸੇ ਟਾਈਮ ਚੱਕ ਕੇ ਹਸਪੀਟਲ ਲੈ ਜਾਂਦੇ ਹਾਂ, ਡਾਕਟਰ ਕਹਿੰਦੇ ਆ ਡੈੱਡ ਹੋ ਗਿਆ, ਇਹਨੂੰ ਸਾਇਲੈਂਟ ਅਟੈਕ ਆ ਗਿਆ। 18 ਸਾਲਾਂ ਦੀ ਉਮਰ 'ਚ ਬੱਚੇ ਨੂੰ ਸਾਇਲੈਂਟ ਅਟੈਕ ਆ ਗਿਆ। ਬ੍ਰਦਰ ਦੀ ਡੈਥ ਦੇ ਤੋਂ ਬਾਅਦ ਤਾਂ ਅਸੀਂ ਬਿਲਕੁਲ ਹੀ ਟੁੱਟ ਗਏ। ਫਾਦਰ ਸਾਹਿਬ ਦੀ ਟੈਨਸ਼ਨ ਵਗੈਰਾ ਲੈਂਦਾ ਸੀ? ਟੈਨਸ਼ਨ ਹੀ ਮੈਡਮ, ਮਤਲਬ ਟੈਨਸ਼ਨ ਤਾਂ ਇਹ ਹੈ ਵੀ ਫਾਦਰ ਸਾਹਿਬ ਦੀ ਗੱਲ ਤਾਂ ਦੇਖੋ ਕਿ ਪਿਓ ਦੀ ਕਮੀ ਤਾਂ ਕੋਈ ਨਹੀਂ ਪੂਰੀ ਕਰਦਾ। ਪਿਓ ਦੀ ਜਿੱਥੇ ਯਾਦ ਆਉਂਦੀ ਉਹਦੀ ਗੱਲ ਤਾਂ ਉੱਥੇ ਚੱਲਦੀ। 1 ਸਾਲ ਤਾਂ ਪਾਪਾ ਦੀਆਂ ਗੱਲਾਂ ਚੱਲਦੀਆਂ ਨੇ, ਪਰ ਉਸ ਤੋਂ ਬੜਾ ਸਦਮਾ ਸਾਨੂੰ ਸਾਡਾ ਭਰਾ ਦੇ ਜਾਂਦਾ ਹੈ, ਜਿਹਦੀ ਕਿ ਅਸੀਂ ਗੱਲ ਹੁਣ ਤੱਕ ਵੀ ਨਹੀਂ ਭੁੱਲੇ। ਜਦੋਂ ਫਾਦਰ ਸਾਹਿਬ ਜਾਂਦੇ ਸਾਲ ਤੁਹਾਨੂੰ ਪਤਾ ਨਹੀਂ ਲੱਗਦਾ, ਮਤਲਬ ਕਿਉਂਕਿ ਕੰਮ ਸਾਰਾ ਉਹ ਸਾਂਭ ਲੈਂਦਾ ਆ। ਸਾਂਭ ਲੈਂਦੇ ਉਹ ਪੂਰਾ, ਮਤਲਬ ਮੈਨੂੰ ਲੱਗੇ ਹੀ ਨਹੀਂ ਸੀ ਕਿ ਸਾਡਾ ਇਹ ਭਰਾ 18 ਸਾਲਾਂ ਦਾ ਹੈ। ਉਹਨੇ ਪੂਰੀ ਜ਼ਿੰਮੇਵਾਰੀ ਸਾਂਭੀ, ਉਹਨੇ ਢਾਬਾ ਸਾਂਭਿਆ। ਘਰੇ ਵੀ ਉਹਨੇ ਸਾਨੂੰ ਪੁੱਛਣਾ, ਮੰਮੀ ਤੂੰ ਠੀਕ ਆ, ਰੋਟੀ ਖਾ ਲਈ, ਤੁਹਾਡੀ ਦਵਾਈ। ਮੈਂ ਉਸ ਟਾਈਮ ਜੋਬ ਵੀ ਕਰਦੀ ਨੇ, ਮੈਂ ਆਪਣੀ ਜੋਬ ਨਹੀਂ ਛੱਡੀ ਸੀ। ਤੇ ਜਦੋਂ ਬ੍ਰਦਰ ਦੀ ਡੈਥ ਹੁੰਦੀ ਹੈ ਨਾ, ਬ੍ਰਦਰ ਦੇ ਨਾਲ ਮੇਰੇ ਪਾਪਾ ਦੇ ਇੱਕ ਵਰਕਰ ਹੀ ਕਹਿ ਲਓ, ਪਰ ਅਸੀਂ ਉਹਨੂੰ ਕਦੀ ਵਰਕਰ ਨਹੀਂ ਸਮਝਿਆ ਸੀ। ਅਸੀਂ ਉਹਨੂੰ ਹਮੇਸ਼ਾ ਆਪਣਾ ਚਾਚਾ ਕਹਿੰਦੇ ਹੁੰਦੇ ਸੀ ਕਿਉਂਕਿ ਮੇਰੇ ਪਾਪਾ ਨੂੰ ਭਰਾ ਕਹਿੰਦਾ ਸੀ। ਉਹਨੇ ਮੇਰੇ ਬ੍ਰਦਰ ਦੇ ਨਾਲ ਕੰਮ 1 ਸਾਲ ਉਹਨੇ ਮੇਰੇ ਬ੍ਰਦਰ ਦੇ ਨਾਲ ਉਹਨੇ ਸਾਡਾ ਸਾਥ ਦਿੱਤਾ। ਤੇ ਜਦੋਂ ਬ੍ਰਦਰ ਦੀ ਡੈਥ ਹੋ ਜਾਂਦੀ ਹੈ ਨਾ, ਫਿਰ ਅਸੀਂ ਉਹਨੂੰ ਪੁੱਛਦੇ ਹਾਂ ਵੀ ਅੰਕਲ ਜੀ ਕਿਵੇਂ ਹੁਣ ਕਰਨਾ ਸਰਕਲ, ਵੀ ਢਾਬਾ ਹੁਣ ਕੋਈ ਹੈ ਨਹੀਂ ਘਰੇ ਸਾਂਭਣ ਵਾਲਾ। ਤੇ ਉਹ ਸਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਮੈਨੂੰ ਇਸ ਢਾਬੇ ਦਾ ਮਾਲਕ ਬਣਾ ਦਿਓ। ਉਹ ਸਾਡੇ ਮੂੰਹ ਤੇ ਸਿੱਧੀ ਸਾਨੂੰ ਇਹ ਗੱਲ ਕਹਿੰਦੇ। ਉਸ ਟਾਈਮ ਬੜਾ ਫੀਲ ਹੁੰਦਾ ਹੈ ਕਿ ਵੀ ਇੱਕ ਵਰਕਰ ਹੈ ਜੋ ਸਾਡਾ, ਜਿਹਨੂੰ ਅਸੀਂ ਕਦੀ ਵਰਕਰ ਨਹੀਂ ਸਮਝਿਆ, ਚਾਚਾ ਕਹਿੰਦੇ ਆ। ਅਸੀਂ ਇਹਦੀ ਹੈਲਪ ਲੈ ਰਹੇ ਹਾਂ ਤੇ ਇਹ ਸਾਨੂੰ ਕਹਿ ਰਿਹਾ ਤੁਸੀਂ ਮੈਨੂੰ ਮਾਲਕ ਬਣਾ ਦਿਓ, ਤੁਸੀਂ ਮੇਰੇ ਤੋਂ ਡੇਲੀ ਦਾ ਲੈ ਲਿਆ ਕਰੋ ਜੋ ਤੁਸੀਂ ਲੈਣਾ ਹੈ, 500 ਜਾਂ 1000 ਤੁਸੀਂ ਡੇਲੀ ਦਾ ਲੈ ਲਿਆ ਕਰੋ। ਤੇ ਉਹ ਸਾਨੂੰ ਨਹੀਂ, ਮਤਲਬ ਮੈਨੂੰ ਪੈਸਿਆਂ ਦਾ ਨਹੀਂ ਸੀ, ਮੈਨੂੰ ਇਹ ਸੀ ਕਿ ਮੈਂ ਆਪਣੇ ਫਾਦਰ ਸਾਹਿਬ ਦੀ ਜਗ੍ਹਾ ਤੇ ਇੱਕ ਨੌਕਰ ਨੂੰ ਬੈਠੇ ਨਹੀਂ ਦੇਖ ਸਕਦੀ ਕਿਉਂਕਿ ਮੇਰੇ ਪਾਪਾ ਦਾ ਨਾਮ ਚੱਲਦਾ। ਜੇ ਅਸੀਂ ਉਹਨੂੰ ਦਿੰਦੇ ਤਾਂ ਉਹਨੇ ਆਪਣਾ ਨਾਮ ਚਲਾਉਣਾ ਸੀ, ਉਹਨੇ ਆਪਣੇ ਨਾਮ ਤੇ ਢਾਬਾ ਕਰ ਲੈਣਾ ਸੀ। ਮਾਰਕੀਟ ਮੇਰੇ ਫਾਦਰ ਸਾਹਿਬ ਦੀ ਬਣੀ ਵੀ ਆ, ਲੋਕੀ ਮੇਰੇ ਫਾਦਰ ਸਾਹਿਬ ਕਰਕੇ ਢਾਬੇ ਤੇ ਆਉਂਦੇ ਆ।
ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਫਾਦਰ ਸਾਹਿਬ ਦਾ ਨਾਮ ਡੁੱਬ ਜਾਵੇ, ਕਿਉਂਕਿ ਮੇਰੇ ਪਾਪਾ ਨੇ ਨਾ 35 ਸਾਲ ਦੀ ਮਿਹਨਤ ਕਰਕੇ ਬਿਜ਼ਨਸ ਖੜਾ ਕੀਤਾ ਸੀ। 35 ਸਾਲ ਦੀ ਮਿਹਨਤ ਉਹਨਾਂ ਦੀ, ਉਹਨਾਂ ਨੇ ਬੜਾ ਸਟਰਗਲ ਕੀਤਾ। ਕਦੀ ਸਾਨੂੰ ਪੂਰਾ, ਸਾਡੀ ਉਹਨਾਂ ਨੇ ਹਰੇਕ ਖੁਆਇਸ਼ ਪੂਰੀ ਕੀਤੀ ਹੈ ਮੇਰੇ ਪਾਪਾ ਨੇ, ਪਰ ਉਹਨਾਂ ਨੇ ਸਾਨੂੰ ਕਦੀ ਟਾਈਮ ਨਹੀਂ ਦਿੱਤਾ, ਕਿਉਂਕਿ ਉਹਨਾਂ ਕੋਲ ਟਾਈਮ ਹੁੰਦਾ ਹੀ ਨਹੀਂ ਸੀ। ਉਹ ਵਿਚਾਰੇ ਸਵੇਰੇ 8 ਵਜੇ ਨਹਾ ਧੋ ਕੇ ਉਹਨਾਂ ਨੇ ਢਾਬੇ ਤੇ ਆ ਜਾਣਾ, ਰਾਤ ਨੂੰ 2 ਵਜੇ ਘਰੇ ਜਾਣਾ। ਜਦੋਂ ਉਹਨਾਂ ਨੇ ਘਰੇ ਜਾਣਾ ਸੀ ਸੁੱਤੇ ਹੋਣਾ, ਜਦੋਂ ਉਹਨਾਂ ਨੇ ਸਵੇਰੇ ਉੱਠਣਾ ਸੀ ਸਕੂਲੇ ਗਏ ਹੋਣਾ। ਸਾਨੂੰ ਕਦੀ ਫਾਦਰ ਸਾਹਿਬ, ਇੱਛਾ ਸਾਡੀ ਸਾਰੀਆਂ ਪੂਰੀਆਂ ਹੋਈਆਂ ਨੇ, ਬਸ ਸਾਨੂੰ ਇਹ ਸੀ ਕਿ ਅਸੀਂ ਕਦੀ ਆਪਣੇ ਪਾਪਾ ਨਾਲ ਟਾਈਮ ਸਪੈਂਡ ਨਹੀਂ ਕੀਤਾ। ਜੇ ਅਸੀਂ ਹੁਣ ਟਾਈਮ ਸਪੈਂਡ ਕਰਦੇ, ਬੜੇ ਹੋ ਗਏ ਸੀ, ਪੜ੍ਹ ਲਿਖ ਗਏ ਸੀ, ਨੌਕਰੀ ਕਰਨ ਲੱਗ ਗਏ, ਤੇ ਹੁਣ ਸਾਡਾ ਵਾਹਿਗੁਰੂ ਨੇ ਸਾਥ ਖੋਹ ਲਿਆ। 2020 ਦੀ ਇਹ ਹੈਪਨਿੰਗ ਤੋਂ ਬਾਅਦ ਸਾਡਾ 1 ਸਾਲ ਨਿਕਲ ਜਾਂਦਾ ਏ ਔਖਾ ਸੌਖਾ, ਫਿਰ ਢਾਬੇ ਪਰ ਮੈਂ ਬੈਠਦੀ ਹਾਂ 2020 ਦੇ ਜਾਣ ਤੋਂ ਬਾਅਦ। ਬ੍ਰਦਰ ਦੇ ਜਾਣ ਤੋਂ ਬਾਅਦ ਜਦੋਂ ਕੁਝ ਨਹੀਂ ਨਾ ਲੱਗਦਾ ਵੀ ਇੱਥੇ ਬੈਠਣ ਵਾਲਾ ਕੋਈ ਨਹੀਂ ਹੈ, ਫਿਰ ਮੈਂ ਮਤਲਬ ਜੋ ਮੇਰੇ ਰਿਸ਼ਤੇਦਾਰ ਨੇ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਜੇ ਅਗਰ ਸਾਂਭ ਲਓ, ਤੁਸੀਂ ਬੈਠ ਜਾਓ, ਕਿਉਂਕਿ ਦੇਖੋ ਰਿਸ਼ਤੇਦਾਰ ਫਿਰ ਵੀ ਆਪਣੇ ਰਿਸ਼ਤੇਦਾਰ ਹੀ ਹੁੰਦੇ ਨੇ। ਅਗਰ ਉਹਨਾਂ ਨੂੰ ਆਪਾਂ ਬਿਠਾ ਸਕਦੇ ਹਾਂ ਆਪਣੀ ਜਗ੍ਹਾ ਤੇ, ਅਗਰ ਉਹ 2 ਪੈਸੇ ਖਾ ਵੀ ਲੈਣਗੇ ਆਪਾਂ ਨੂੰ ਦੁੱਖ ਨਹੀਂ ਲੱਗਦਾ। ਰਿਸ਼ਤੇਦਾਰਾਂ ਨੇ ਸਾਫ਼ ਇਹ ਜਵਾਬ ਦਿੱਤਾ ਕਿ ਸਾਡੇ ਕੋਲ ਨਹੀਂ ਟਾਈਮ ਹੈਗਾ, ਅਸੀਂ ਨਹੀਂ ਤੁਹਾਡੇ ਨਾਲ ਖੜ ਸਕਦੇ। ਰਿਸ਼ਤੇਦਾਰਾਂ ਨੇ ਤਾਂ ਇਹ ਵੀ ਨਹੀਂ ਪੁੱਛਿਆ, ਬ੍ਰਦਰ ਦੀ ਡੈਥ ਹੋਈ, ਰਿਸ਼ਤੇਦਾਰ ਆਏ, ਜਦੋਂ ਸੰਸਕਾਰ ਹੋ ਗਿਆ ਤੀਸਰੇ ਦਿਨ ਮੇਰੇ ਰਿਸ਼ਤੇਦਾਰ ਚਲੇ ਗਏ। ਭੋਗ ਤੇ ਵੀ ਸਾਡੇ ਰਿਸ਼ਤੇਦਾਰ ਨਹੀਂ ਆਏ, ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਅੱਜ 12 ਦਿਨਾਂ ਬਾਅਦ ਮੁੰਡੇ ਦਾ ਭੋਗ ਆ, ਅਸੀਂ ਉਹਨਾਂ ਦੇ ਭੋਗ ਤੇ ਚਲੇ ਜਾਈਏ। ਬ੍ਰਦਰ ਦੇ ਭੋਗ ਤੇ ਮੇਰੇ ਕੋਈ ਰਿਸ਼ਤੇਦਾਰ ਨਹੀਂ ਆਏ। ਮੈਨੂੰ ਕੋਈ ਇਹ ਨਹੀਂ ਕਹਿ ਸਕਦਾ, ਜੋ ਮੇਰੇ ਰਿਸ਼ਤੇਦਾਰ ਨੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਤੁਹਾਡੇ ਨਾਲ ਇਹ ਖੜੇ ਹਾਂ। ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਵੀ ਤੁਹਾਡਾ ਬ੍ਰਦਰ ਚਲੇ ਗਿਆ, ਹੁਣ ਤੁਹਾਡੇ ਢਾਬੇ ਤੇ ਕੌਣ ਬੈਠੇਗਾ, ਜਾਂ ਤੁਸੀਂ ਕਿਵੇਂ ਕਰਨਾ ਕਿਵੇਂ ਨਹੀਂ, ਤੇਰੀ ਲਾਈਫ ਆ। ਕਿਸੇ ਦਾ ਕੋਈ ਉਹ ਨਹੀਂ ਹੈ, ਕਿਉਂਕਿ ਬ੍ਰਦਰ ਦੀ ਡੈਥ ਤੋਂ ਬਾਅਦ, ਪਾਪਾ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਜੋ ਰਿਸ਼ਤੇ ਆ ਨਾ ਅੱਜ ਦੇ ਟਾਈਮ 'ਚ, ਉਹ ਸਿਰਫ ਪੈਸੇ ਨਾਲ ਬਣਦੇ ਆ, ਅਦਰਵਾਈਜ਼ ਕੋਈ ਰਿਸ਼ਤਾ ਨਹੀਂ ਬਣਦਾ, ਨਾ ਕੋਈ ਰਿਸ਼ਤਾ ਹੈਗਾ ਏ। ਤੋ ਜਦੋਂ ਬ੍ਰਦਰ ਦੀ ਡੈਥ ਹੋ ਜਾਂਦੀ ਆ, ਉਹਨਾਂ ਤੋਂ ਬਾਅਦ ਫਿਰ ਮੈਂ ਜੋਬ ਛੱਡ ਦਿੰਦੀ ਹਾਂ। 2021 ਦੇ ਵਿੱਚ ਫਿਰ ਮੈਂ ਢਾਬੇ ਤੇ ਆਉਂਦੀ ਹਾਂ। ਜਦੋਂ ਮੈਂ ਢਾਬੇ ਤੇ ਆਉਂਦੀ ਹਾਂ ਮੈਡਮ, ਮੈਨੂੰ ਮਤਲਬ ਇਹ ਵੀ ਨਹੀਂ ਪਤਾ ਹੁੰਦੀ ਢਾਬੇ ਦੀ ਕਿ ਢਾਬੇ ਨੂੰ ਕੀ ਸਮਾਨ ਕਿੱਥੋਂ ਆਣਾ, ਕਿਤੋਂ ਮੰਗਵਾਉਣਾ, ਢਾਬੇ ਦੇ ਸਮਾਨ ਕਿਹੜਾ ਚਾਹੀਦਾ ਹੁੰਦਾ, ਮੈਨੂੰ ਕੁਝ ਨਹੀਂ ਪਤਾ ਸੀ। ਮੈਨੂੰ ਸਿਰਫ ਆਪਣੀ ਲੈਂਗੁਏਜ ਪਤਾ ਸੀ, ਮੈਨੂੰ ਜੋ ਮੈਂ ਮਤਲਬ ਮੇਰੀ ਪ੍ਰੋਫੈਸਰ ਲਾਈਨ ਨਾਲ ਮੈਂ ਟੀਚ ਕਰਦੀ ਹਾਂ ਬੱਚਿਆਂ ਨੂੰ, ਮੈਨੂੰ ਸਿਰਫ ਮੇਰਾ ਉਹੀ ਪਤਾ ਸੀ। ਮੈਂ ਗਾਹਕਾਂ ਨਾਲ ਵੀ ਉਸ ਹਿਸਾਬ ਨਾਲ ਹੀ ਗੱਲ ਕਰਨੀ। ਮੈਂ ਜਿਵੇਂ ਜਿਵੇਂ ਮੈਨੂੰ ਮੇਰੇ ਵਰਕਰ ਕਹਿੰਦੇ ਸੀ ਮੈਡਮ ਆਹ ਮੰਗਾ ਦਿਓ, ਉੱਥੋਂ ਲੈ ਕੇ ਆਉਂਦੇ ਸੀ ਬਾਊ ਜੀ, ਉਹ ਮੇਰੇ ਫਾਦਰ ਸਾਹਿਬ ਨੂੰ ਬਾਊ ਜੀ ਕਹਿੰਦੇ ਹੁੰਦੇ ਸੀ, ਬਾਊ ਜੀ ਉੱਥੋਂ ਸਮਾਨ ਲੈ, ਮੈਂ ਉਵੇਂ ਉਵੇਂ ਚੱਲਦੀ ਰਹੀ। ਉਵੇਂ ਮੈਨੂੰ ਕਿਸੇ ਨੇ ਮਹਿੰਗਾ ਲਗਾਉਣਾ 2 ਰੁਪਏ ਤਾਂ ਮੈਂ ਮਹਿੰਗਾ ਲੈ ਲੈਣਾ, ਕਿਸੇ ਨੇ ਤਰਸ ਕਰਨਾ ਤਾਂ ਮੈਂ ਉਸ ਹਿਸਾਬ ਨਾਲ ਚੱਲੀ ਜਾਣਾ। ਹੌਲੀ ਹੌਲੀ ਮੈਨੂੰ 3-4 ਮਹੀਨਿਆਂ 'ਚ ਫਿਰ ਨੌਲੇਜ ਹੋਣ ਲੱਗੀ ਸਮਾਨ ਦੀ। ਫਿਰ ਮੈਂ ਮਤਲਬ ਇਹ ਸੋਚੀ ਵਾਹਿਗੁਰੂ ਦਾ ਹੱਥ ਹੈ ਜਾਇਆ, ਫਿਰ ਮੈਂ ਕਮਾਨ ਸਾਂਭ ਲਈ ਪੂਰੀ ਢਾਬੇ ਦੀ। ਅੱਜ ਕਿਰਪਾ ਹੈ ਵਾਹਿਗੁਰੂ ਦੀ, ਚੱਲਦਾ ਪਿਆ ਵਧੀਆ। ਪਰ ਇੱਕ ਇਕੱਲੀ ਕੁੜੀ ਨੂੰ ਢਾਬੇ ਤੇ ਸਰਵਾਈਵ ਕਰਨਾ ਬਹੁਤ ਔਖਾ ਹੈ। ਇਹ ਲਾਈਨ ਨਾ ਕੁਝ ਇਸ ਤਰ੍ਹਾਂ ਦੀ ਹੈ, ਕਿਉਂਕਿ ਇੱਥੇ ਡਰਾਈਵਰ ਲੋਕ ਵੀ ਆਉਂਦੇ ਆ, ਬੜੇ ਲੋਕੀ ਕਹਿ ਦਿੰਦੇ ਆ ਕਿ ਡਰਾਈਵਰਾਂ ਦੀ ਸੋਚ ਮਾੜੀ ਹੁੰਦੀ ਆ, ਸੁਣੀਦਾ ਖੜਦੇ ਆ ਕਿਉਂਕਿ ਮਜਬੂਰੀ ਆ। ਮੈਂ ਜੋ ਮੇਰਾ ਸ਼ੌਂਕ ਹੈ ਨਾ, ਜੋ ਸਿਰਫ ਟੀਚਿੰਗ ਹੈ, ਮੈਂ ਟੀਚ ਕਰਨਾ ਚਾਹੁੰਦੀ ਹਾਂ ਬੱਚਿਆਂ ਨੂੰ, ਪਰ ਅੱਜ ਮੇਰੇ ਹਾਲਾਤ ਐਵੇਂ ਦੇ ਬਣ ਗਏ ਕਿ ਇਹ ਮੇਰੀ ਮਜਬੂਰੀ ਆ। ਲੋਕੀ ਕੰਮ 2 ਤਰੀਕੇ ਨਾਲ ਹੀ ਕਰਦੇ ਆ, ਜੇ ਸ਼ੌਂਕ ਹੋਵੇ ਜਾਂ ਮਜਬੂਰੀ। ਮੇਰਾ ਸ਼ੌਂਕ ਨਹੀਂ ਹੈ, ਮੇਰੀ ਮਜਬੂਰੀ ਹੈ। ਮਜਬੂਰੀ ਮੇਰੀ ਉਦੋਂ ਬਣਦੀ ਹੈ ਜਦੋਂ 2022 'ਚ ਮੇਰੀ ਸਿਸਟਰ ਦੀ ਡੈਥ ਹੋ ਜਾਂਦੀ ਆ। ਸਿਸਟਰ ਦੇ ਇੱਕਦਮ ਦਰਦ ਉੱਠਦਾ ਪੇਟ 'ਚ, ਅਸੀਂ ਡਾਕਟਰ ਦੇ ਲੈ ਜਾਂਦੇ ਹਾਂ, ਉਹ ਐਡਮਿਟ ਕਰਦਾ। ਉਹ ਬੋਲਦਾ ਪਹਿਲਾਂ ਕਿ ਇਹਨਾਂ ਨੂੰ ਨਾ ਲੀਵਰ ਇਨਫੈਕਸ਼ਨ ਹੈ, ਐਡਮਿਟ ਕਰਨਾ ਪੈਣਾ ਹੈ। ਅਸੀਂ ਕਰ ਦਿੰਦੇ ਹਾਂ। 4 ਦਿਨ ਉਹ ਰੱਖਦਾ ਲੋਕਲ ਹਸਪੀਟਲ 'ਚ ਇੱਥੇ, ਫਿਰ ਉਹ ਸਾਨੂੰ ਅਪੋਲੋ ਸ਼ਿਫਟ ਕਰ ਦਿੰਦੇ ਹਾਂ, ਅਪੋਲੋ ਰੈਫਰ ਕਰਦੇ ਹਾਂ। ਅਤੇ ਅਪੋਲੋ ਮੇਰੀ ਸਿਸਟਰ 2 ਮੰਥ ICU 'ਚ ਐਡਮਿਟ ਰਹਿੰਦੀ ਆ। ਅਤੇ 21 ਸਤੰਬਰ ਨੂੰ 2022 ਨੂੰ ਮੇਰੀ ਸਿਸਟਰ ਦੀ ਡੈਥ ਹੋ ਜਾਂਦੀ ਆ। ਉਸ ਤੋਂ ਬਾਅਦ ਸਾਡੀ ਸਾਰੀ ਕਹਾਣੀ ਖਤਮ ਹੋ ਗਈ, ਕਿਉਂਕਿ ਬ੍ਰਦਰ ਦੀ ਡੈਥ ਤੋਂ ਬਾਅਦ ਵੀ ਸਹਾਰਾ ਕੋਈ ਨਹੀਂ ਸੀ। ਸਿਸਟਰ ਦਾ ਇਹ ਸਹਾਰਾ ਸੀ ਕਿ ਮੈਂ ਉਹਦੇ ਨਾਲ ਆਪਣਾ ਹਰੇਕ ਦੁੱਖ ਸੁੱਖ ਕਰ ਲੈਂਦੀ ਹੁੰਦੀ ਸੀ ਕਿ ਵੀ ਮੈਨੂੰ ਅੱਜ ਆਹ ਪ੍ਰੋਬਲਮ ਹੈ। ਸਿਸਟਰ ਮੇਰੀ BCom ਸੀ, ਜੋਬ ਕਰ ਰਹੀ ਸੀ, ਕੁਹਾੜੇ ਫੈਕਟਰੀ ਆ, ਉੱਥੇ ਜੋਬ ਕਰਦੀ ਸੀ ਉਹ। ਉਹਨਾਂ ਦਾ ਮਤਲਬ ਬੜਾ ਵਧੀਆ, ਮੈਨੂੰ ਉਹਦਾ ਬਹੁਤ ਸਹਾਰਾ ਸੀ, ਭਰਾਵਾਂ ਵਰਗਾ ਸੀ। ਦੁੱਖ ਸੁੱਖ ਕਰਨਾ, ਉਹ ਕਈ ਵਾਰ ਮੈਂ ਢਾਬੇ ਤੋਂ ਲੇਟ ਹੋਣਾ ਅਤੇ ਮੈਨੂੰ ਉਹਨੇ ਆ ਕੇ ਲੈ ਵੀ ਜਾਣਾ ਢਾਬੇ ਤੋਂ। ਮੈਨੂੰ ਕਈ ਵਾਰ ਕਹਿਣਾ ਵੀ ਅੱਜ ਮੈਂ ਇਕੱਲੀ, ਅੱਜ ਮੈਨੂੰ ਰਾਤ ਨੂੰ 1 ਜਾਂ 2 ਵੱਜ ਰਹੇ, ਤੂੰ ਟਾਈਮ ਨਾਲ ਆ ਜੀ ਪਿੰਡੋਂ ਅਤੇ ਮੈਨੂੰ ਲੈ ਜੀ। ਉਹਨੇ ਮੈਨੂੰ ਲੈ ਵੀ ਜਾਣਾ। ਢਾਬੇ ਤੋਂ ਮੇਰਾ ਘਰ 40 ਕਿਲੋਮੀਟਰ ਦੂਰ ਹੈ ਅਤੇ ਮੈਂ ਐਕਟਿਵਾ 'ਤੇ ਹੀ ਆਉਂਦੀ ਜਾਂਦੀ ਸੀ। ਇੱਕ ਦਿਨ ਕੀ ਹੁੰਦਾ, ਮੇਰੇ ਨਾਲ ਰਾਤ ਨੂੰ 1:30 ਦਾ ਟਾਈਮ ਹੁੰਦਾ ਅਤੇ ਮੈਂ ਘਰੇ ਜਾਂਦੀ ਹਾਂ। ਜਦੋਂ ਰਸਤੇ 'ਚ ਨਾ ਮੇਰੇ ਮਗਰ ਗੱਡੀ ਲੱਗ ਜਾਂਦੀ ਆ। ਗੱਡੀ ਲੱਗਦੀ ਹੈ ਅਤੇ ਮੈਂ ਇਕੱਲੀ ਕੁੜੀ, ਦਸੰਬਰ ਦੇ ਮਹੀਨੇ ਤੁਹਾਨੂੰ ਪਤਾ ਬਹੁਤ ਧੁੰਦ ਪੈਂਦੀ ਆ,
ਉਹਦੇ ਵਿੱਚ ਮੈਂ ਜਦੋਂ ਇਕੱਲੀ ਜਾਂਦੀ ਮੇਰੇ ਮਗਰ ਗੱਡੀ ਲੱਗ ਜਾਂਦੀ ਹੈ ਤੇ ਮੈਂ ਨਾ ਉਹ ਇੰਨੀ ਸਪੀਡ ਵੀ ਨਹੀਂ ਐਕਟਿਵਾ ਦੀ ਕਰ ਸਕਦੇ ਕਿਉਂਕਿ ਧੁੰਦ ਹੁੰਦੀ ਆ ਅੱਗੇ, ਕੀ ਪਤਾ ਕਿਹੜੇ ਟਰੱਕ ਦੇ ਵਿੱਚ ਜਾ ਕੇ ਵੱਜ ਜਾਣਾ। ਔਰ ਜਿਹੜਾ ਰਸਤਾ ਹੈ ਉਹ ਬਿਲਕੁਲ ਨਹਿਰੀ ਆ, ਸੁੰਨਸਾਨ ਰਸਤਾ ਹੈ। ਤੇ ਜਦੋਂ ਜਾਂਦੇ ਆ ਗੱਡੀ ਮਗਰ ਲੱਗਦੀ ਤੇ ਮੈਂ ਬੜੀ ਮਤਲਬ ਹਿੰਮਤ ਨਾਲ ਜਾਈ ਜਾਂਦੀ ਹਾਂ। ਫਿਰ ਮੈਂ ਜਾ ਕੇ ਨਾ ਇੱਕ ਘਰ ਦੇ ਅੱਗੇ ਐਕਟਿਵਾ ਖੜੀ ਕਰ ਦਿੰਦੀ ਹਾਂ ਵੀ ਅਗਰ ਬਾਈ ਚਾਂਸ ਇਹ ਮੈਨੂੰ ਕੁਝ ਕਹਿੰਦੀ ਹੋਵੇ ਤਾਂ ਮੈਂ ਉਹ ਘਰ ਨੂੰ ਮਤਲਬ ਨਾ ਦਰਵਾਜ਼ਾ ਖੜਕਾ ਕੇ ਮੈਂ ਹੈਲਪ ਮੰਗ ਸਕਾਂ। ਪਰ ਉੱਥੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਕਿ ਉਹ ਗੱਡੀ ਨਾ ਜਦੋਂ ਵੇਖਦੀ ਆ ਕਿ ਪਿੰਡ 'ਚ ਵੜ ਗਏ ਨੇ, ਉਹ ਗੱਡੀ ਉੱਥੋਂ ਵਾਪਸ ਚਲੇ ਜਾਂਦੀ ਹੈ, ਉਹ ਮੇਰੇ ਮਗਰ ਨਹੀਂ ਆਉਂਦੀ ਦੁਬਾਰਾ। ਐਵੇਂ ਮੇਰੇ ਨਾਲ 2-3 ਐਕਸੀਡੈਂਟ ਹੋਏ ਆ ਜਿਸ ਦੀ ਵਜ੍ਹਾ ਕਰਕੇ ਹੁਣ ਅਸੀਂ ਇੱਥੇ ਆਪਣਾ ਰੈਂਟ ਤੇ ਹੀ ਲੈ ਲਿਆ। ਤੁਸੀਂ ਇਹ ਵੀ ਦੱਸਦੇ ਸੀਗੇ ਕਿ ਇੱਕ ਵਾਰੀ 2 ਮੋਟਰਸਾਈਕਲ ਤੁਹਾਡੀ ਐਕਟਿਵਾ ਦੇ ਅੱਗੇ ਖੜੇ ਕਰਦੇ। ਇੱਕ ਵਾਰੀ 2 ਮੋਟਰਸਾਈਕਲ ਮੈਂ ਜਾ ਰਹੀ ਸੀ ਨਾ, ਮੇਰੇ ਕੋਲ ਰਾਤ ਨੂੰ ਤੁਹਾਨੂੰ ਪਤਾ ਕੰਮ ਹੁੰਦਾ ਹੈ ਤੇ ਸੇਲ ਹੁੰਦੀ ਹੈ, ਮੇਰੇ ਕੋਲ ਰਾਤ ਨੂੰ ਥੋੜਾ ਬਹੁਤ ਕੈਸ਼ ਹੁੰਦਾ ਹੈ ਤੇ ਜੋ ਲੈ ਕੇ ਜਾਂਦੇ ਮੇਰੇ ਮਗਰ ਅੱਗੇ ਨਾ 2 ਮੋਟਰਸਾਈਕਲ ਆ ਗਏ। ਮੋਟਰਸਾਈਕਲ ਆਏ, ਮੈਨੂੰ ਉਸ ਟਾਈਮ ਤੋਂ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ, ਬਸ ਦੇਖੀ ਗਏ। ਔਰ ਉਹਨਾਂ ਦੀ ਸਪੀਡ ਇੰਨੀ ਸਲੋ ਹੋ ਗਈ ਨਾ ਕਿ ਮੈਨੂੰ ਆਪਣੇ ਆਪ ਹੀ ਜੱਜ ਹੋਣ ਲੱਗ ਗਿਆ ਕਿ ਇਹ ਮੇਰੇ ਨਾਲ ਪੱਕਾ ਕੁਝ ਕਰਨਗੇ। ਰਾਤ ਦਾ ਟਾਈਮ, ਉਹੀ ਟਾਈਮ ਮੇਰਾ ਟਾਈਮ ਸੇਮ ਹੀ ਸੀ, 1 ਜਾਂ 1:30, ਕਈ ਵਾਰ 2 ਵੀ ਵੱਜ ਜਾਂਦੇ ਸੀ। ਤੇ ਮੈਂ ਫਿਰ ਕੀ ਕੀਤਾ, ਮਤਲਬ ਸਹਾਰਾ ਲੈਣ ਲਈ ਮੇਰੇ ਅੱਗੇ ਵੀ ਇੱਕ ਗੱਡੀ ਸੀ ਤੇ ਮੇਰੇ ਪਿੱਛੇ ਵੀ ਗੱਡੀ ਸੀ, ਮੈਂ ਉਹਨਾਂ ਦੇ ਵਿੱਚ ਹੀ ਆਪਣੀ ਐਕਟਿਵਾ ਰੱਖੀ ਕਿ ਮੈਂ ਸਲੋ ਜਾਂਦੀ ਰਹੀ ਵੀ ਤਾਂ ਕਿ ਮੇਰੇ ਨਾਲ। ਪਰ ਮੇਰੇ ਤੇ ਹਮੇਸ਼ਾ ਕਿਰਪਾ ਹੀ ਰਹੀ ਆ ਵਾਹਿਗੁਰੂ ਦੀ ਕਿ ਉਹਨਾਂ ਨੇ ਮੇਰਾ ਹਮੇਸ਼ਾ ਹੱਥ ਦੇ ਕੇ ਸਾਥ ਹੀ ਦਿੱਤਾ ਹੈ, ਕਦੀ ਮੇਰੇ ਨਾਲ ਕੁਝ ਐਵੇਂ ਦਾ ਨਹੀਂ ਹੋਇਆ ਰਸਤੇ 'ਚ। ਬਸ ਕਹਿਰ ਵਾਹਿਗੁਰੂ ਦਾ ਇਹੀ ਆ ਕਿ 3 ਸਾਲ 'ਚ ਸਾਡੇ ਘਰੇ 3 ਡੈਥ ਹੋ ਗਈ। ਪਹਿਲਾਂ ਫਾਦਰ ਸਾਹਿਬ ਗਏ, ਫਿਰ ਬ੍ਰਦਰ ਚਲੇ ਗਏ, ਫਿਰ ਸਿਸਟਰ ਚਲੇ ਗਈ, ਸਹਾਰਾ ਕੋਈ ਨਹੀਂ ਹੈ। ਕੰਮ ਮਜਬੂਰੀ ਬਣ ਗਿਆ, ਕਰ ਇਸ ਕਰਕੇ ਰਹੀ ਹਾਂ ਕਿਉਂਕਿ ਜਦੋਂ ਸਿਸਟਰ ਐਡਮਿਟ ਸੀ ਅਪੋਲੋ ਤਾਂ ਉਹਨਾਂ ਦੇ 25 ਲੱਖ ਦਾ ਖਰਚਾ ਲੱਗਾ ਹੈ। 2 ਮਹੀਨੇ ਐਡਮਿਟ ਰਹੇ ਨਾ? 2 ਮਹੀਨੇ, ਪੂਰੇ 2 ਮਹੀਨੇ ਐਡਮਿਟ ਰਹੇ ਅਪੋਲੋ 'ਚ। ਔਰ ਤੁਹਾਨੂੰ ਪਤਾ ਅਪੋਲੋ ਲੁਧਿਆਣੇ ਦਾ ਖਰਚਾ ਕਿੰਨਾ ਹੈ। ਖਰਚਾ ਇਸ ਕਰਕੇ ਕੀਤਾ ਕਿ ਸਿਸਟਰ ਨੂੰ ਬਚਾ ਸਕੀਏ, ਪਰ ਨਹੀਂ, ਉਹ ਬਚੀ ਨਹੀਂ। ਸ਼ਾਇਦ ਉਹਦੇ ਨਹੀਂ ਦਾਣਾ ਪਾਣੀ ਲਿਖਿਆ ਸੀ ਵਾਹਿਗੁਰੂ ਨੇ, ਪਰ ਉਹ ਕਰਜ਼ਾ ਹੁਣ ਇੰਨਾ ਕੁ ਜ਼ਿਆਦਾ ਹੈ ਨਾ ਕਿ ਮੈਨੂੰ ਇਹ ਆ ਵੀ ਮੈਂ ਜਦੋਂ ਵੀ ਕੁਛ ਜਾਵਾਂ ਦੁਨੀਆ ਤੋਂ ਕਰਜ਼ਾ ਫ੍ਰੀ ਹੋ ਕੇ ਜਾਵਾਂ। ਲੋਕੀ ਇਹ ਨਾ ਕਹਿਣ ਕਿ ਉਹਨਾਂ ਨੇ ਸਾਡੇ ਤੋਂ ਕਰਜ਼ਾ ਲਿਆ, ਸਾਡਾ ਵਾਪਸ ਨਹੀਂ ਕੀਤਾ। ਇਸ ਕਰਕੇ ਇਸ ਕੰਮ 'ਚ, ਇਸ ਲਾਈਨ 'ਚ ਆ ਗਈ ਮੈਂ। ਹੁਣ ਸਹਾਰਾ ਮੈਡਮ ਕਿਸੇ ਦਾ ਨਹੀਂ, ਨਾ ਕੋਈ ਰਿਸ਼ਤੇਦਾਰਾਂ ਦਾ ਸਹਾਰਾ ਹੈ, ਨਾ ਕਿਸੇ ਭੈਣ ਭਰਾ ਦਾ ਤੁਹਾਡੇ ਸਾਹਮਣੇ ਰਹੇ ਹੀ ਨਹੀਂ ਹੈਗੇ, ਖਤਮ ਹੀ ਹੋ ਗਿਆ ਘਰ। ਸਿਰਫ ਇੱਕ ਮਦਰ ਆ ਤੇ ਮਦਰ ਨੂੰ ਮੈਂ ਟੈਨਸ਼ਨ ਨਹੀਂ ਦੇ ਸਕਦੀ ਕਿਉਂਕਿ ਮਦਰ ਪਹਿਲਾਂ ਹੀ ਮਰੀਜ਼ ਆ, ਉਹਨਾਂ ਦੇ ਪਹਿਲਾਂ ਵੀ 3 ਆਪਰੇਸ਼ਨ ਹੋ ਚੁੱਕੇ ਆ ਤੇ ਚੌਥਾ ਫਿਰ ਉਹਨਾਂ ਦੇ ਡਾਕਟਰ ਆਪਰੇਸ਼ਨ ਬੋਲਦੇ, ਉਹਨਾਂ ਦੇ ਪੀਤੇ 'ਚ ਪੱਥਰੀ ਹੈ। ਔਰ ਜਿਹੜੇ ਉਹਨਾਂ ਦੇ ਪਹਿਲਾਂ ਆਪਰੇਸ਼ਨ ਹੋਇਆ ਉਹ ਥੋੜਾ ਰਿਸਕੀ ਨੇ ਤੇ ਜਲਦੀ ਕੋਈ ਡਾਕਟਰ ਉਹਨਾਂ ਨੂੰ ਹੈਂਡਲ ਨਹੀਂ ਕਰਦਾ। ਉਹ ਕਹਿੰਦੇ ਵੀ ਰਿਸਕੀ ਆਪਰੇਸ਼ਨ ਇਹਨਾਂ ਦੇ ਜਿਹੜੇ ਪਹਿਲਾਂ ਹੋ ਚੁੱਕੇ ਆ, ਵੀ ਅਸੀਂ ਇੰਨੀ ਜਲਦੀ ਰਿਸਕ ਨਹੀਂ ਲੈ ਸਕਦੇ। ਜਦੋਂ ਤੁਸੀਂ ਮਤਲਬ ਇੰਨਾ ਮੇਰਾ ਅਜੇ ਮੈਂ ਸਟੈਂਡ ਨਹੀਂ ਹੈ ਢਾਬੇ ਦੇ ਕੰਮ ਤੋਂ ਕਿ ਮੈਂ ਆਪਣੀ ਮਦਰ ਦਾ ਆਪਰੇਸ਼ਨ ਹੀ ਕਰਾ ਸਕਾਂ। ਤੁਸੀਂ ਦੱਸਦੇ ਹੋ ਕਿ ਇੱਥੇ ਰਾਤ ਬਰਾਤੇ ਤੁਹਾਨੂੰ 2 ਵੀ ਵੱਜ ਜਾਂਦੇ, 1-1:30 ਵੀ ਵੱਜ ਜਾਂਦਾ ਹੈ ਨਾ, ਤੇ ਰਾਤ ਨੂੰ ਕਈ ਵਾਰੀ दारू ਪੀ ਕੇ ਵੀ ਲੋਕ ਆ ਜਾਂਦੇ ਹੈ ਨਾ, ਫਿਰ ਦਿੱਕਤ ਆਉਂਦੀ ਹੈ? ਕਦੀ ਹੋਇਆ ਇੱਦਾਂ? ਬਹੁਤ ਜ਼ਿਆਦਾ। ਜਦੋਂ ਕਈ ਮਤਲਬ ਇਹ ਨਹੀਂ ਸਾਰੇ ਲੋਕੀ ਕਹਿੰਦੇ ਨਾ 5 ਉਂਗਲੀ ਇੱਕ ਬਰਾਬਰ ਨਹੀਂ ਹੁੰਦੀਆਂ, ਸਾਰੇ ਲੋਕੀ ਦੀ ਸੋਚ ਘਟਿਆ ਨਹੀਂ, ਪਰ ਕੁਛ ਕੁ ਵਿੱਚ ਹੁੰਦੇ ਆ। ਕਈ ਲੋਕੀ ਤਾਂ ਇਹ ਸੋਚਦੇ ਵੀ ਕੁੜੀ ਖੜੀ ਆ ਢਾਬੇ ਤੇ, ਪ੍ਰਾਊਡ ਫੀਲ ਕਰਵਾਉਂਦੇ ਆ ਮੈਨੂੰ। ਉਦੋਂ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਲੋਕੀ ਇਹ ਕਹਿੰਦੇ ਨਾ ਮੈਡਮ ਤੁਸੀਂ ਕੁੜੀ ਹੋ ਕੇ ਢਾਬੇ ਤੇ ਖੜੇ ਹੋ, ਤੁਸੀਂ ਕੰਮ ਚਲਾ ਰਹੇ ਹੋ, ਤੁਸੀਂ ਇੰਨਾ ਕੰਮ ਚਲਾ ਰਹੇ ਹੋ ਨਾ, ਬੜਾ ਵਧੀਆ, ਤੁਸੀਂ ਜ਼ਿੰਮੇਵਾਰੀ ਸਾਂਭੀ ਹੋਈ ਘਰ ਦੀ, ਤੁਹਾਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਆ। ਉਦੋਂ ਬੜਾ ਪ੍ਰਾਊਡ ਫੀਲ ਹੁੰਦਾ। ਪਰ ਕਈ ਵਾਰ ਮੈਡਮ ਕੋਈ ਨਾ ਬੰਦਾ ਐਵੇਂ ਦਾ ਆ ਜਾਂਦਾ, ਮੁੰਡੇ ਕਈ ਵਾਰ ਐਵੇਂ ਦੇ ਆ ਜਾਂਦੇ ਆ ਕਿ ਦੇਖਦੇ ਕੁੜੀ ਖੜੀ ਆ, ਪਤਾ ਨਹੀਂ ਕਿਉਂ ਖੜੀ ਆ, ਉਹ ਗਲਤ ਨਜ਼ਰ ਨਾਲ ਵੇਖਦੇ ਆ, ਫਿਰ ਨਾ ਉਹ ਗਲਤ ਬਿਹੇਵ ਕਰਦੇ ਆ। ਕਈ ਵਾਰ ਕੋਈ ਮਾਮਾ ਭੈਣਾਂ ਦੀ ਗਾਲਾਂ ਵੀ ਕੱਢ ਜਾਂਦਾ ਹੈ, ਫਿਰ ਉਸ ਟਾਈਮ ਬੜਾ ਰੋਣਾ ਆਉਂਦਾ। ਉਸ ਟਾਈਮ ਫਿਰ ਇਹ ਫੀਲ ਹੁੰਦਾ ਹੈ ਕਿ ਅੱਜ ਪਾਪਾ ਖੜੇ ਹੁੰਦੇ ਤਾਂ ਮੈਂ ਕਿਉਂ ਖੜਦੀ ਢਾਬੇ ਤੇ। ਮੈਂ ਆਪਣੀ ਜੋਬ ਕਰੀ ਜਾਣੀ ਸੀ, ਜੋਬ ਕੰਟੀਨਿਊ ਸੀ ਕਿ ਮਜਬੂਰੀ ਦੇ ਵਿੱਚ ਖੜੀਆਂ ਤੇ ਲੋਕੀ ਮਜਬੂਰੀ ਦਾ ਫਾਇਦਾ ਚੁੱਕ ਲੈਣ। ਕਈ ਵਾਰ ਬਿੱਲ ਪਿੱਛੇ ਬੜਾ ਹੋ ਜਾਂਦਾ ਹੈ, ਲੋਕੀ ਖਾਂਦੇ ਆ ਪੀਂਦੇ ਆ, ਜਦੋਂ ਉਹਨਾਂ ਦੀ ਬਿੱਲ ਦੀ ਵਾਰੀ ਆਉਂਦੀ ਆ ਫਿਰ ਕਹਿ ਦਿੰਦੇ ਤੁਸੀਂ ਬਿੱਲ ਇੰਨਾ ਕਿਵੇਂ ਬਣਾਤਾ, ਫਿਰ ਦੱਸੀਦਾ ਵੀ ਤੁਹਾਡਾ ਆਹ ਵਾਲਾ ਸਮਾਨ ਆ, ਫਿਰ ਇਹ ਵੀ ਬੋਲੀਦਾ ਕਿ ਚਲੋ ਇਹਨਾਂ ਨਾਲ ਕੀ ਬਹਿਸ ਕਰਨੀ ਆ ਵੀ ਤੁਸੀਂ ਜਿੰਨੇ ਦੇਣੇ ਉਨੇ ਦੇ ਦਿਓ। ਉਹਦੇ ਪਿੱਛੇ ਵੀ ਫਿਰ ਗਾਲਾਂ ਉੱਥੋਂ ਦੱਸਦੇ ਸੀਗੇ ਕਿ ਇੰਸੀਡੈਂਟ, ਉਹ ਕੀ ਇੰਸੀਡੈਂਟ? ਮੈਮ ਇਹ ਹੋਇਆ ਕਿ ਮੇਰੇ ਕੋਲ ਮੁੰਡੇ ਖਾਣ ਪੀਣ ਆਉਂਦੇ ਆ, ਖਾ ਪੀ ਕੇ ਜਦੋਂ ਬਿੱਲ ਬਣਵਾਉਂਦੀ ਆ ਜਾਣ ਲੱਗਦੇ ਆ, ਮੈਂ ਉਹਨਾਂ ਤੋਂ ਬਿੱਲ ਲੈਂਦੇ ਆ ਤੇ ਉਹ ਕਹਿ ਦਿੰਦੇ ਆ ਵੀ ਇੰਨਾ ਬਿੱਲ ਕਿਵੇਂ ਬਣ ਗਿਆ। ਅਸੀਂ ਦੱਸਦੇ ਹਾਂ ਵੀ ਤੁਹਾਡਾ ਬਿੱਲ ਐਵੇਂ ਬਣਿਆ, ਤੁਹਾਨੂੰ ਸਾਰਾ ਅਸੀਂ ਰਿਟਰਨ 'ਚ ਬਿੱਲ ਬਣਾ ਕੇ ਦਿੰਦੇ ਹਾਂ, ਪੱਕਾ ਬਿੱਲ ਬਣਾਉਂਦੇ ਹਾਂ ਅਸੀਂ, ਕੋਈ ਇਹ ਨਹੀਂ ਵੀ ਆਪਣੇ ਕੋਲੋਂ ਨਹੀਂ। ਜੋ ਸਾਡੇ ਢਾਬੇ ਦੇ ਰੇਟ ਆ ਜੈਨੂਅਲ ਰੇਟ ਨੇ, ਸਭ ਨੂੰ ਬਰਾਬਰ ਹੈ, ਚਾਹੇ ਕੋਈ ਟਰੱਕ ਡਰਾਈਵਰ ਆ ਚਾਹੇ ਕੋਈ ਗੱਡੀ ਵਾਲਾ, ਸਭ ਨੂੰ ਅਸੀਂ ਮਤਲਬ ਸਭ ਨੂੰ ਇੱਕੋ ਬਰਾਬਰ ਰੇਟ ਆ। ਉਹਨਾਂ ਨੇ ਮੇਰੇ ਨਾਲ ਕੀ ਕੀਤਾ, ਮਤਲਬ ਗਾਹ ਪਾ ਲਿਆ, ਬਿੱਲ ਪਿੱਛੇ ਰੌਲਾ ਪਾਉਣ ਲੱਗ ਗਏ। ਰੌਲਾ ਪਾਇਆ ਤੇ ਮੈਂ ਉਹਨਾਂ ਨੂੰ ਕਿਹਾ ਵੀਰੇ ਚਲੋ ਤੁਸੀਂ ਜੋ ਦੇਣਾ ਉਹ ਦੇ ਦਿਓ, ਕੋਈ ਚੱਕਰ ਨਹੀਂ ਹੈ। ਮੈਂ ਹੁਣ ਕੀ ਕਹਿ ਸਕਦੀ ਵੀ ਗਾਹਕ ਨਾਲ ਲੜਾਈ ਕਰੂੰਗੇ, ਬਹਿਸ ਕਰੂੰਗੇ, ਗਾਹਕ ਖਰਾਬ ਹੁੰਦੇ ਆ। ਤੇ ਉਹਨਾਂ ਵਿੱਚ ਇੱਕ ਮੁੰਡਾ ਆਇਆ, ਉਹਨੇ ਨਾ ਆ ਕੇ ਮੈਨੂੰ ਭੈਣ ਦੀ ਗਾਲ ਕੱਢਤੀ
ਉਹਨੇ ਭੈਣ ਦੀ ਗਾਲ ਕੱਢੀ, ਇੰਨੀ ਗੰਦੀ ਗਾਲ ਕੱਢੀ ਕਿ ਸੁਣੀ ਨਹੀਂ ਗਈ। ਤੇ ਮੈਂ ਉਹਨੂੰ ਇੱਕੋ ਗੱਲ ਅੱਗੇ ਤੋਂ ਕਹੀ, ਮੈਂ ਕਿਹਾ ਵੀਰੇ ਜੇ ਤੇਰੀ ਭੈਣ ਹੁੰਦੀ ਤੂੰ ਆਪਣੀ ਭੈਣ ਨਾਲ ਐਵੇਂ ਹੀ ਕਰਦਾ। ਉਹ ਉਸ ਤੋਂ ਬਾਅਦ ਨਾ ਬੜੀ ਉੱਚੀ ਉੱਚੀ ਬੋਲਣ ਲੱਗ ਗਿਆ, ਬੜੀ ਉੱਚੀ ਉੱਚੀ। ਮੈਂ ਨਾ ਪੁਲਿਸ ਨੂੰ ਫੋਨ ਕੀਤਾ, ਪੁਲਿਸ ਸਟੇਸ਼ਨ ਮੇਰਾ ਕਿਸੇ ਨੇ ਫੋਨ ਨਹੀਂ ਚੱਕਿਆ। ਇੱਕ ਸੀ ਜਿਹੜੇ ਸਾਡੇ ਆਉਂਦੇ ਨੇ ਢਾਬੇ ਤੇ ਅੰਕਲ, ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਮੈਨੂੰ ਕਹਿੰਦੇ ਬੇਟਾ ਮੈਂ ਨਾ ਬਾਹਰ ਆ, ਤੂੰ ਥਾਣੇ ਫੋਨ ਕਰ ਲੈ, ਥਾਣੇ 'ਚ ਕੋਈ ਫੋਨ ਨਾ ਚੱਕੇ ਉਸ ਟਾਈਮ। ਤੇ ਮੈਂ ਉਸ ਟਾਈਮ ਬੜਾ ਜ਼ਿਆਦਾ ਰੋਣਾ, ਬੜਾ ਹੀ ਰੋਣਾ ਆਇਆ ਵੀ ਮੁੰਡੇ ਹੋ ਕੇ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਮੈਨੂੰ ਗਾਲ ਕੱਢਤੀ, ਉਹ ਵੀ ਭੈਣ ਦੀ, ਕਿ ਪਤਾ ਨਹੀਂ ਸ਼ਾਇਦ ਸ਼ੌਂਕ ਦੀ ਮਾਰੀ ਖੜੀ ਆ ਜਾਂ ਵੈਸੇ ਖੜੀ ਆ। ਕਿਉਂਕਿ ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਸੋਸ਼ਲ ਮੀਡੀਆ 'ਤੇ ਨਾ ਇੰਪੈਕਟ ਗਰਲਸ ਖੁਦ ਗਲਤ ਪਾਉਂਦੀਆਂ ਨੇ, ਆਪਣੇ ਆਪ ਨੂੰ ਫੇਮਸ ਕਰਨ ਲਈ ਬੜਾ ਕੁਝ ਦਿਖਾਉਂਦੇ ਆ ਕਿ ਅਸੀਂ ਪਤਾ ਨਹੀਂ ਕਿਉਂ ਖੜਦੇ ਹਾਂ। ਪਰ ਸਾਰੀ ਕੁੜੀਆਂ ਇੱਕੋ ਜਿਹੀ ਨਹੀਂ ਹੁੰਦੀਆਂ, ਕੁਝ ਮਜਬੂਰੀ 'ਚ ਵੀ ਖੜਦੀਆਂ ਨੇ। ਮੇਰਾ ਆਹ ਕੰਮ ਕਰਨਾ ਕੋਈ ਸ਼ੌਂਕ ਨਹੀਂ, ਮੇਰੀ ਮਜਬੂਰੀ ਹੈ। ਮੈਂ ਸਿਰਫ ਮਜਬੂਰੀ 'ਚ ਖੜੀ ਹਾਂ। ਸੋ ਮੈਂ ਸਾਰੇ ਨੂੰ ਨਹੀਂ ਕਹਿ ਸਕਦੀ ਕਿ ਸਾਰੇ ਡਰਾਈਵਰ ਗਲਤ ਨੇ, ਸਾਰੇ ਨਹੀਂ ਗਲਤ ਹੁੰਦੇ, ਬੜੇ ਵਧੀਆ ਵੀ ਹੁੰਦੇ, ਚੰਗੇ ਵੀ ਹੁੰਦੇ ਆ। ਪਰ ਜਿਹੜੇ ਕੁਛ ਕੁ ਗਲਤ ਨੇ ਨਾ, ਮੈਂ ਤਾਂ ਸਿਰਫ ਇਹੀ ਕਹੂੰਗੀ ਕਿ ਸੋਚ ਬਦਲ ਲਓ ਵੀ। ਕਿਉਂਕਿ ਸਾਡੇ ਵਰਗੀ ਕੁੜੀਆਂ ਜਿਹੜੀ ਹੈ ਜਿਹਨਾਂ ਜਿਨ੍ਹਾਂ ਦੇ ਮਗਰ ਕੋਈ ਸਟੈਂਡ ਕਰਨ ਨੂੰ, ਉਹ ਪੈਸਾ ਲਾ ਕੇ ਬਾਹਰ ਨਹੀਂ ਜਾ ਸਕਦੀਆਂ। ਕਿਉਂਕਿ ਬਾਹਰ ਦਾ ਮਾਹੌਲ ਇੱਦਾਂ ਦਾ ਨਾ, ਕੁੜੀਆਂ ਸੋਚਦੀਆਂ ਵੀ ਅਸੀਂ ਬਾਹਰ ਜਾ ਕੇ ਕੰਮ ਕਰ ਲਵਾਂਗੇ, ਉੱਥੇ ਜਿਹੜਾ ਮਰਜ਼ੀ ਕੰਮ ਕਰ ਲਓ, ਕਿਹੜਾ ਕੋਈ ਕੁਛ ਕਹਿੰਦਾ। ਉੱਥੇ ਵੀ ਤਾਂ ਕੁੜੀਆਂ ਢਾਬਿਆਂ ਦੇ ਰੈਸਟੋਰੈਂਟ 'ਚ ਕੰਮ ਕਰਦੀਆਂ ਨੇ। ਪਰ ਮੈਡਮ ਮੇਰਾ ਕੋਈ ਇੱਦਾਂ ਦਾ ਸਟੈਂਡ ਵੀ ਨਹੀਂ ਹੈ ਕਿ ਮੈਂ ਬਾਹਰ ਹੀ ਚਲੀ ਜਾਊਂਗੀ। ਕਿਉਂਕਿ ਮੇਰਾ ਇੱਕੋ ਹੀ ਸੁਪਨਾ ਹੈ ਕਿ ਮੈਂ ਆਪਣੇ ਫਾਦਰ ਸਾਹਿਬ ਦੇ ਨਾਮ ਨੂੰ ਇੰਨਾ ਉੱਚਾ ਲੈ ਕੇ ਜਾਵਾਂ ਕਿ ਲੋਕੀ ਇਹ ਕਹਿਣ ਕਿ ਹਾਂ ਇਹਨਾਂ ਦਾ ਕੰਮ ਚੱਲਦਾ ਹੈ, ਵੀ ਕੁੜੀ ਨੇ ਆਪਣੇ ਪਿਓ ਦੇ ਨਾਮ ਨੂੰ ਬਹੁਤ ਅੱਗੇ ਤੱਕ ਲੈ ਕੇ ਗਈ ਹੈ। ਇੱਕ ਤੋਂ ਬਾਅਦ ਇੱਕ ਡੈਥ ਹੋਣੀ ਹੈ ਨਾ, ਘਰ ਖਾਲੀ ਹੋ ਗਿਆ। ਘਰੇ ਜਾ ਕੇ ਵੱਢ ਖਾਣ ਨੂੰ ਪੈਂਦਾ, ਘਰ ਵੀ ਕੋਈ ਹੈ ਹੀ ਨਹੀਂ। ਛੱਡਤਾ ਮੈਡਮ, ਇਸੀ ਗੱਲ ਕਰਕੇ ਘਰ ਛੱਡਤਾ। ਉੱਥੇ ਜਿਸ ਘਰ ਦੇ ਵਿੱਚ ਵਿਆਹਾਂ ਵਰਗੇ ਦਿਨ ਸੀ ਨਾ, ਮਤਲਬ 5 ਭੈਣ ਭਰਾ ਸੀ। ਇੱਕ ਸਿਸਟਰ ਦੀ ਮਤਲਬ ਮੈਰਿਡ ਆ, ਉਹ ਆਪਣੇ ਸਹੁਰੇ ਘਰ ਨੇ। ਛੋਟੀ ਸਿਸਟਰ ਦੀ ਮੈਰਿਜ ਹੋ ਗਈ ਆ, ਉਹਨਾਂ ਦੀ ਮੈਰਿਜ ਪਾਪਾ ਤੋਂ ਬਾਅਦ ਮੈਂ ਹੀ ਕੀਤੀ ਆ ਉਹਨਾਂ ਦਾ ਵਿਆਹ। ਉਹਨਾਂ ਦੇ ਬੇਟਾ ਇੱਕ, ਉਹ ਦੇਖੋ ਉਹਦੀ ਆਪਣੀ ਲਾਈਫ ਆ ਨਾ, ਉਹਦੀ ਅਲੱਗ ਲਾਈਫ ਹੋ ਗਈ, ਉਹ ਵਿਆਹੀ ਗਈ ਆ। ਜਿਹੜੇ ਘਰ ਦੇ ਵਿੱਚ ਕਿਸ ਟਾਈਮ ਵਿਆਹਾਂ ਵਰਗੇ ਦਿਨ ਹੁੰਦੇ ਸੀ ਨਾ, ਅੱਜ ਉੱਥੇ ਬਿਲਕੁਲ ਸਨਾਟਾ ਛਾਇਆ ਪਿਆ। ਦਿਲ ਨਹੀਂ ਕਰਦਾ ਮੈਡਮ ਘਰੇ ਜਾਣੇ ਨੂੰ, ਐਵੇਂ ਲੱਗਦਾ ਕਿ ਕਿਸੇ ਓਪਰੇ ਜਿਹੇ ਘਰ 'ਚ ਆ ਗਏ ਆ। ਉਸ ਘਰ ਦੇ ਵਿੱਚ ਜਿੱਥੇ ਬਚਪਨ ਬੀਤਿਆ ਹੋਵੇ, ਇਕੱਠੇ ਬੜੇ ਹੋਏ ਆ, ਪੜ੍ਹੇ ਲਿਖੇ, 5 ਭੈਣ ਭਰਾ ਇਕੱਠੇ ਰਹਿੰਦੇ ਸੀ, ਤੇ ਉਹ ਜੋ ਖਾਲੀ ਉੱਥੇ ਕੋਈ ਦਿਖਦਾ ਨਹੀਂ ਹੈਗਾ। ਉਹ ਘਰ ਛੱਡਤਾ ਅਸੀਂ ਨੇ। ਯਾਦ ਆਉਂਦੀ ਆ ਉਹਨਾਂ ਦੀ? ਬਹੁਤ ਜ਼ਿਆਦਾ ਕਮੀ ਮਹਿਸੂਸ, ਬਹੁਤ ਜ਼ਿਆਦਾ। ਕਦੀ ਕਿਸੇ ਨੇ ਹੱਥ ਫੜਿਆ ਹੋਵੇ ਆ ਕੇ, ਕਿਸੇ ਰਿਸ਼ਤੇਦਾਰ ਨੇ ਕਿਹਾ ਹੋਵੇ ਵੀ ਕਿ ਜੇ ਤੇਰੇ ਅੱਜ ਪਿਓ ਹੈ ਨਹੀਂ ਸਿਰ ਤੇ ਤਾਂ ਅਸੀਂ ਖੜੇ ਆ, ਤੂੰ ਸਾਡੀ ਧੀਆਂ ਵਰਗੀ? ਮੈਨੂੰ ਰਿਸ਼ਤੇਦਾਰਾਂ ਦੇ ਤਾਂ ਕਹਿੰਦੇ ਮੋਹ ਹੀ ਟੁੱਟ ਗਏ ਨੇ। ਪਾਪਾ ਤੋਂ ਬਾਅਦ ਆਉਣਾ ਤਾਂ ਬਹੁਤ ਦੂਰ ਦੀ ਗੱਲ ਆ। ਕੋਈ ਫੋਨ ਕਰਕੇ ਇਹ ਨਹੀਂ ਪੁੱਛਦਾ ਵੀ ਤੁਸੀਂ ਕਿਵੇਂ ਸਰਵਾਈਵ ਕਰਦੇ ਹੋ, ਤੁਹਾਡਾ ਕੰਮ ਕਿਵੇਂ ਚੱਲਦਾ। ਕਈ ਵਾਰ ਨਾ ਐਵੇਂ ਦਾ ਦਿਨ ਹੋ ਜਾਂਦਾ ਢਾਬੇ 'ਤੇ ਕਿ ਬਿਲਕੁਲ ਕੰਮ ਨਹੀਂ ਹੁੰਦਾ। ਫਿਰ ਨੌਕਰਾਂ ਦੀ ਦਿਹਾੜੀ ਵੀ ਨਹੀਂ ਨਿਕਲਦੀ, ਉਹਨਾਂ ਜੋ ਡੇਲੀ ਵੇ ਮੈਂ ਉਹਨਾਂ ਨੂੰ ਪੈਸੇ ਦਿੱਤੇ ਉਹ ਵੀ ਨਹੀਂ ਨਿਕਲਦੇ। ਕੋਈ 2 ਸਾਲ ਲੋਕਡਾਊਨ ਨੇ ਬੁਰਾ ਹਾਲ ਕਰਤਾ ਲੋਕਾਂ ਦੇ, ਸਾਰਿਆਂ ਦੇ ਕੰਮ ਬੰਦ ਹੋ ਗਏ ਸੀ। 2 ਮਹੀਨੇ ਅਸੀਂ ਘਰੇ ਬੰਦ ਰਹੇ ਹਾਂ, ਤੇ ਮੇਰਾ ਤਾਂ ਰੋਜੀ ਰੋਟੀ ਢਾਬਾ ਹੀ ਆ। ਇੱਥੋਂ ਇਨਕਮ ਹੋਏਗੀ ਤਾਂ ਹੀ ਅਸੀਂ ਰੋਟੀ ਖਾਣੀ ਆ, ਹੋਰ ਸਾਡਾ ਕੋਈ ਸਹਾਰਾ ਨਹੀਂ ਹੈਗਾ। ਤੇ ਮੇਰੇ ਰਿਸ਼ਤੇਦਾਰਾਂ ਨੇ ਇਹ ਨਹੀਂ ਪੁੱਛਿਆ ਵੀ ਤੁਸੀਂ 2 ਮਹੀਨੇ ਘਰੇ ਬੰਦ ਬੈਠੇ ਆ, ਤੁਹਾਡਾ ਢਾਬਾ ਬੰਦ ਪਿਆ, ਤੁਸੀਂ ਕਿੱਥੋਂ ਰੋਟੀ ਖਾਣੀ ਆ, ਤੁਹਾਡੇ ਕੋਲ ਕੁਝ ਹੈ ਆ ਕਿ ਨਹੀਂ ਹੈ। ਕਿਸੇ ਰਿਸ਼ਤੇਦਾਰ ਦਾ ਕੋਈ ਸਹਾਰਾ ਨਹੀਂ। ਜਿਹੜੇ ਨਵੇਂ ਰਿਸ਼ਤੇ ਬਣ ਰਹੇ ਹਨ ਨਾ, ਉਹ ਵੀ ਮੈਨੂੰ ਲੱਗਦਾ ਸ਼ਾਇਦ ਪੈਸਿਆਂ ਕਰਕੇ ਬਣਦੇ ਪਏ ਨੇ। ਨਹੀਂ, ਕੋਈ ਨਹੀਂ ਪੁੱਛਦਾ। ਅਗਰ ਮੇਰੇ ਕੋਲ 4 ਪੈਸੇ ਆ ਤਾਂ ਤੂੰ ਸਾਡੀ ਧੀ ਆ, ਤੂੰ ਸਾਡੀ ਆ, ਤੂੰ ਮੇਰੀਆਂ, ਫਿਰ ਇਹ ਗੱਲਾਂ ਹੋ ਜਾਂਦੀਆਂ ਨੇ। ਜਦੋਂ ਮੇਰੇ ਤੇ ਥੋੜਾ ਜਿਹਾ ਹਾਲਾਤ ਮਾੜੇ ਜਾਂਦੇ ਨਾ, ਵੀ ਜਿਵੇਂ ਅੱਜ ਫੇਰ ਕਿਸੇ ਨਾ ਕਿਸੇ ਗੱਲ ਵਜ੍ਹਾ ਕੁਝ ਹੋ ਗਿਆ। ਜਿਹੜਾ ਮੈਂ ਤੁਹਾਨੂੰ ਇੰਸੀਡੈਂਟ ਦੱਸਿਆ ਨਾ ਕਿ ਮੈਨੂੰ ਮੁੰਡੇ ਢਾਬੇ ਤੇ ਗਾਲਾਂ ਕੱਢ ਕੇ, ਮੈਡਮ ਮੈਂ ਰਾਤ ਨੂੰ ਨਾ ਆਪਣੇ ਕਿਸੇ ਕਰੀਬੀ ਨੂੰ ਫੋਨ ਕੀਤਾ, ਇੰਨੇ ਫੋਨ ਕੀਤੇ ਕਿ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ। ਔਰ ਹੁਣ ਤੱਕ ਵੀ ਮੈਨੂੰ ਬੈਕ ਕਾਲ ਕਰਕੇ ਇਹ ਨਹੀਂ ਪੁੱਛਿਆ ਕਿ ਤੂੰ ਰਾਤ ਨੂੰ ਸਾਨੂੰ ਇੰਨੇ ਫੋਨ ਕੀਤੇ ਸੀ, ਕਿਉਂ ਕੀਤੇ ਸੀ। 9:30 10 ਵਜੇ ਦਾ ਟਾਈਮ ਸੀ ਜਦੋਂ ਮੇਰੇ ਨਾਲ ਇਹ ਵਾਲੀ ਗੱਲ ਹੋਈ ਢਾਬੇ ਤੇ। ਹੁਣ ਤੱਕ ਮੈਨੂੰ ਫੋਨ ਕਰਕੇ ਨਹੀਂ ਪੁੱਛਿਆ। ਸ਼ਾਇਦ ਉਹ ਆਪਣੀ ਜ਼ਿੰਦਗੀ 'ਚ ਕੁਝ ਜ਼ਿਆਦਾ ਹੀ ਬਿਜ਼ੀ ਨੇ। ਜਦੋਂ ਜਿਹੜੇ ਬੰਦੇ ਤੋਂ ਸਾਨੂੰ ਆਸ ਹੁੰਦੀ ਹੈ ਨਾ ਵੀ ਇਹ ਖੜੂਗਾ, ਹੈ ਨਾ, ਸਾਨੂੰ ਲੱਗਦਾ ਹੁੰਦਾ ਜਿਹੜਾ
ਸਾਡਾ ਚੰਗਾ ਟਾਈਮ ਹੁੰਦਾ ਉਦੋਂ ਸਾਨੂੰ ਲੱਗਦਾ ਵੀ ਇਹ ਬੰਦਾ ਸਾਡੇ ਮਾੜੇ ਟਾਈਮ 'ਚ ਵੀ ਖੜੂਗਾ ਹੈ ਨਾ। ਫਿਰ ਜਦੋਂ ਉਹੀ ਪੈਰ ਪਿੱਛੇ ਪੁੱਟ ਲੈਂਦੇ ਫਿਰ ਤਕਲੀਫ ਹੁੰਦੀ ਆ ਵੀ ਜਦੋਂ ਤੁਸੀਂ ਫੋਨ ਕੀਤਾ ਪੁੱਛਿਆ ਤੱਕ ਨਹੀਂ। ਮੈਡਮ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਮੇਰੇ ਤੇ ਚੰਗਾ ਟਾਈਮ ਸੀ ਨਾ, ਰਿਸ਼ਤੇ ਜੁੜਨ ਲੱਗ ਗਏ, ਉਹ ਰਿਸ਼ਤੇ 'ਚ ਖੁਸ਼ੀ ਮਿਲਣ ਲੱਗ ਗਈ। ਜਦੋਂ ਮੈਂ ਉਹ ਰਿਸ਼ਤਿਆਂ ਦੇ ਨਾਲ ਇੰਨਾ ਜ਼ਿਆਦਾ ਅਟੈਚ ਹੋ ਗਈ ਕਿ ਮੈਂ ਉਹਨਾਂ ਦੇ ਵਿੱਚ ਆਪਣੀ ਖੁਸ਼ੀ ਲੱਭਣ ਲੱਗ ਗਈ, ਆਪਣਾ ਫਿਊਚਰ ਦੇਖਣ ਲੱਗ ਗਈ। ਮੈਨੂੰ ਇਹ ਲੱਗਾ ਕਿ ਮੇਰੀ ਲਾਈਫ ਸੈੱਟ ਆ, ਹੁਣ ਮੇਰੇ ਨਾਲ ਮੇਰਾ ਸਹਾਰਾ ਜੁੜ ਚੁੱਕਿਆ, ਪਰਮਾਤਮਾ ਨੇ ਜੋੜਤਾ ਹੈ। ਫਿਰ ਲਾਈਫ 'ਚ ਕੁਛ ਐਵੇਂ ਦਾ ਹੁੰਦਾ ਕਿ ਉਹ ਬੰਦਾ ਆਪਣੇ ਆਪ ਪੈਰ ਪਿੱਛੇ ਪੱਟਣ ਲੱਗ ਜਾਵੇ ਨਾ, ਜਦੋਂ ਰਿਸ਼ਤੇ ਫਿਰ ਖਤਮ ਹੋਣ ਲੱਗਦੇ ਆ, ਜੁੜ ਕੇ ਖਤਮ ਹੁੰਦੇ ਆ, ਉਦੋਂ ਬੰਦਾ ਅੰਦਰੋਂ ਟੁੱਟ ਜਾਂਦਾ ਹੈ, ਰੂਹ ਮਰ ਜਾਂਦੀ ਆ। ਐਵੇਂ ਦਾ ਕੋਈ ਦਿਨ ਨਹੀਂ ਹੈ ਜਿਸ ਦਿਨ ਮੈਨੂੰ ਕਿਸੇ ਦੀ ਕਮੀ ਦਾ ਮਹਿਸੂਸ ਨਾ ਹੋਵੇ। ਘਰ ਦੇ ਵਿੱਚ 3 ਡੈਥ ਹੋ ਚੁੱਕੀਆਂ, 3 ਮੈਂਬਰ ਕਰੀਬੀ ਨੇ, ਖੂਨ ਦੇ ਰਿਸ਼ਤੇ ਨੇ, ਤਿੰਨੋਂ ਚਲੇ ਗਏ। ਜਿਹੜੇ ਸਹਾਰੇ ਸੀ ਉਹ ਚਲੇ ਗਏ। ਜਿਹੜੇ ਨਵੇਂ ਸਹਾਰੇ ਨੇ ਉਹਨਾਂ ਦਾ ਕੁਝ ਪਤਾ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਆ। ਪਤਾ ਨਹੀਂ ਕਿਉਂ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੀ, ਮੈਂ ਇਹ ਵੀ ਨਹੀਂ ਕਹਿ ਸਕਦੀ ਵੀ ਕੀ ਹਾਲਾਤ ਬਣੇ ਨੇ, ਸ਼ਾਇਦ ਇਹ ਪਰਮਾਤਮਾ ਦੀ ਉਹ ਆ। ਪਰ ਮੈਡਮ ਮੈਂ ਇੱਕੋ ਗੱਲ ਕਹਿੰਦੀ ਆ ਵੀ ਮਾਂ-ਬਾਪ ਤੋਂ ਬਿਨਾਂ ਨਾ ਇਸ ਸੁਸਾਇਟੀ ਦੇ ਵਿੱਚ ਇਕੱਲੀ ਕੁੜੀ ਨੂੰ ਸਰਵਾਈਵ ਕਰਨਾ ਬਹੁਤ ਔਖਾ ਹੈ। ਮੁੰਡਾ ਕਰ ਲੈਂਦਾ ਹੈ, ਕੁੜੀ ਨੂੰ ਸਰਵਾਈਵ ਕਰਨਾ ਬਹੁਤ ਔਖਾ ਹੈ। ਲੋਕਾਂ ਦੀ ਨਜ਼ਰਾਂ ਹੀ ਨਹੀਂ ਉਹਨਾਂ ਨੂੰ ਤਾਂ ਰਹਿਣ ਦਿੰਦੀਆਂ। ਤੇ ਕਈ ਵਾਰ ਤਾਂ ਦੁੱਖ ਐਵੇਂ ਦਾ ਹੁੰਦਾ ਹੈ, ਖੁਦ ਮੂੰਹੋਂ ਨਿਕਲ ਜਾਂਦਾ ਹੈ ਕਿ ਵਾਹਿਗੁਰੂ ਪਿਓ ਨਹੀਂ ਮਰਦਾ, ਅਸੀਂ ਮਰ ਜਾਂਦੇ। ਮਾਂ-ਬਾਪ ਦੇ ਅੱਗੇ ਬੱਚੇ ਮਰ ਜਾਣ, ਮਾਂ-ਬਾਪ ਰਹਿ ਲੈਂਦੇ ਆ, ਪਰ ਕਿਸੇ ਦਾ ਨਾ ਮਾਂ-ਪਿਓ ਨਹੀਂ ਮਰਨਾ ਚਾਹੀਦਾ। ਬਹੁਤ ਔਖਾ ਹੈ ਮਾਂ-ਪਿਓ ਬਿਨਾਂ। ਤੇ ਜਿੰਨਾ ਜ਼ਿਆਦਾ ਮੈਨੂੰ ਔਖਾ ਲੱਗਿਆ ਨਾ, ਕਿਉਂਕਿ ਮੇਰੀ ਲਾਈਨ ਹੀ ਇੱਦਾਂ ਦੀ ਹੈ, ਸਾਡਾ ਢਾਬਾ, ਹੋਰ ਸਾਡਾ ਕੋਈ ਕੰਮ ਨਹੀਂ। ਇਸ ਲਾਈਨ ਦੇ ਵਿੱਚ ਬਹੁਤ ਔਖਾ ਹੈ, ਬਹੁਤ ਜ਼ਿਆਦਾ। ਪੈਸਿਆਂ ਕਰਕੇ ਜੋ ਰਿਸ਼ਤੇ ਜੁੜਦੇ ਆ, ਇਹ ਦੇਖੋ ਪੈਸਾ ਸਭ ਦਾ ਟਾਈਮ ਇੱਕੋ ਜਿਹਾ ਨਹੀਂ ਰਹਿੰਦਾ, ਟਾਈਮ ਬਦਲਦਾ ਰਹਿੰਦਾ ਹੈ। ਪਰ ਜੇ ਹਾਲਾਤਾਂ ਦੇ ਨਾਲ ਲੋਕ ਬਦਲ ਜਾਣ, ਉਹ ਬਹੁਤ ਗਲਤ ਹੈ, ਉੱਥੇ ਬੰਦਾ ਮਰ ਜਾਂਦਾ ਹੈ। ਮੇਰਾ ਤਾਂ ਕੰਮ ਹੀ ਇਦਾਂ ਦਾ, ਮੇਰੇ ਤਾਂ ਚਾਅ ਹੀ ਮਰ ਗਏ ਨੇ। ਪਤਾ ਹੀ ਨਹੀਂ ਕਿ ਖੁਸ਼ ਕਿਵੇਂ ਹੋਇਆ ਜਾਂਦਾ। ਮੈਨੂੰ ਲੱਗਦਾ ਮੈਨੂੰ ਖੁਸ਼ ਹੋਏ ਨੂੰ 4 ਸਾਲ ਹੋ ਗਏ। ਮੈਂ ਕਦੀ ਕੋਈ ਫੰਕਸ਼ਨ ਨਹੀਂ ਅਟੈਂਡ ਕੀਤਾ। ਰਿਸ਼ਤੇਦਾਰ ਛੁੱਟ ਗਏ ਨੇ, ਰਿਸ਼ਤੇਦਾਰਾਂ ਨੇ ਸਾਨੂੰ ਬੁਲਾਣਾ ਹੀ ਬੰਦ ਕਰਤਾ। ਸਾਨੂੰ ਕੋਈ ਵਿਆਹਾਂ ਦੇ ਵਿੱਚ ਵੀ ਨਹੀਂ ਬੁਲਾਉਂਦਾ। ਇਹ ਸੋਚ ਕੇ ਨਹੀਂ ਬੁਲਾਉਂਦੇ ਵੀ ਸਾਨੂੰ ਕੀ ਦੇਣਗੇ, ਇਹ ਸੋਚ ਕੇ ਸਾਨੂੰ ਕੋਈ ਵਿਆਹਾਂ 'ਚ ਨਹੀਂ ਬੁਲਾਉਂਦਾ। ਤੇ ਮੈਨੂੰ ਲੱਗਦਾ ਮੈਨੂੰ 4 ਸਾਲ ਹੋ ਗਏ ਅਸੀਂ ਕਿਸੇ ਦਾ ਫੰਕਸ਼ਨ ਹੀ ਨਹੀਂ ਅਟੈਂਡ ਕੀਤਾ। ਤੇ ਵਾਹਿਗੁਰੂ ਨੇ ਕੋਈ ਐਵੇਂ ਦਾ ਟਾਈਮ ਹੀ ਨਹੀਂ ਦਿੱਤਾ ਕਿ ਅਸੀਂ ਆਪਣੇ ਘਰ ਕੋਈ ਫੰਕਸ਼ਨ ਕਰ ਸਕੀਏ। ਮੇਰੇ ਨਾਲ ਤਾਂ ਕੋਈ ਇਹ ਸੋਚ ਕੇ ਨਹੀਂ ਸ਼ਾਇਦ ਅਟੈਚ ਹੁੰਦਾ ਹੋਣਾ ਕਿ ਢਾਬੇ ਤੇ ਖੜਦੀ ਆ, ਬੜੀ ਤਰ੍ਹਾਂ ਦੀ ਦੁਨੀਆ ਆਉਂਦੀ ਆ, ਪਤਾ ਨਹੀਂ ਕਿਵੇਂ ਦੀ ਆ ਕਿਵੇਂ ਦੀ ਨਹੀਂ ਆ। ਉਹ ਮੈਨੂੰ ਪਤਾ ਜਾਂ ਮੇਰੇ ਵਾਹਿਗੁਰੂ ਨੂੰ ਪਤਾ ਕਿ ਮੇਰੀ ਕਿਆ ਸੋਚ, ਕਿ ਤੀਸਰੇ ਬੰਦੇ ਨੂੰ ਕੁਝ ਨਹੀਂ ਪਤਾ। ਤੁਸੀਂ ਕਹਿੰਦੇ ਵੀ ਉੱਥੇ ਖੜ ਕੇ ਤੁਹਾਨੂੰ ਢਾਬੇ 'ਚ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ, ਉੱਥੇ ਤੁਸੀਂ ਸੁਣਦੇ ਹੋ, ਪਰ ਬਾਅਦ 'ਚ ਰੋਣਾ ਆਉਂਦਾ। ਕਿਉਂਕਿ ਮੈਨੂੰ ਪਤਾ ਕੀ ਆ, ਗਾਹਕ ਨਾ ਕਈ ਵਾਰ ਕੁਛ ਐਵੇਂ ਦਾ ਬੋਲ ਜਾਂਦੇ ਆ ਨਾ, ਕਈ ਵਾਰ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਬੰਦੇ ਨੇ ਮੈਨੂੰ ਕੋਈ ਗਲਤ ਬੋਲਿਆ। ਉਸ ਟਾਈਮ ਨਹੀਂ ਅਸੀਂ ਰੋ ਸਕਦੇ, ਕਿਉਂਕਿ ਗਾਹਕਾਂ ਨੂੰ ਰੋ ਕੇ ਕੀ ਦਿਖਾਈਏ, ਅਗਲੇ ਮਜ਼ਾਕ ਕਰਦੇ ਆ। ਅੱਜ ਦੇ ਟਾਈਮ 'ਚ ਤਾਂ ਹੁਣ ਰਿਐਲਿਟੀ ਹੈ ਮੇਰੀ ਲਾਈਫ ਦੀ ਕਿ ਰਿਸ਼ਤੇਦਾਰਾਂ ਦੇ ਸਾਹਮਣੇ ਨਹੀਂ ਰੋ ਸਕਦੇ। ਖੁਦ ਰਿਸ਼ਤੇਦਾਰ ਇਹ ਗੱਲ ਕਹਿੰਦੇ ਯਾਰ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਆ, ਤੁਹਾਡਾ ਰੋਣਾ ਸੀ ਰੋਜ਼ ਕਿਵੇਂ ਦੇਖੀਏ। ਤੇ ਯਾਰ ਸਾਨੂੰ ਤਾਂ ਲੋਕੀ ਇਹ ਵੀ ਕਹਿੰਦੇ ਯਾਰ ਇਹਨਾਂ ਦੇ ਮੱਥੇ ਲਾਕੇ ਦਾ ਕੰਮ ਹੀ ਨਹੀਂ ਬਣਨਾ, ਇਹਨਾਂ ਦੇ ਘਰੇ ਤਾਂ 3 ਮੌਤਾਂ ਹੋ ਗਈਆਂ, ਇਹਨਾਂ ਦੇ ਮੱਥੇ ਲਾਕੇ ਦਾ ਕੰਮ ਹੀ ਨਹੀਂ ਬਣਨਾ। ਤੇ ਜੇ ਉਹਨਾਂ ਦਾ ਕੰਮ ਸਾਡੇ ਮੱਥੇ ਲੱਗ ਕੇ ਨਹੀਂ ਬਣਦਾ ਤੇ ਅਸੀਂ ਕਿਹਦੇ ਮੱਥੇ ਲੱਗੀਏ? ਸਾਡੇ ਖੁਦ ਦੇ ਘਰ 3 ਡੈਥ ਹੋਈਆਂ, ਫਿਰ ਅਸੀਂ ਕਿਹਨੂੰ ਦੇਖ ਕੇ ਮੈਡਮ ਆਪਣਾ ਕੰਮ ਸ਼ੁਰੂ ਕਰੀਏ? ਪਰ ਜਦੋਂ ਬੰਦਾ ਕੋਈ ਗਲਤ ਬੋਲ ਜਾਂਦਾ ਹੈ, ਕਈ ਵਾਰ ਜੇ ਕੋਈ ਬੜਾ ਚੰਗਾ ਬੋਲਦਾ ਨਾ, ਕੋਈ ਤਾਰੀਫ ਕਰਕੇ ਜਾਂਦਾ ਹੈ, ਉਸ ਟਾਈਮ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਚਲੋ ਕੋਈ ਸਾਨੂੰ ਸਮਝਦਾ ਹੈ, ਕੋਈ ਸਾਨੂੰ ਬੰਦੇ ਪੜ੍ਹੇ ਲਿਖੇ ਆ ਸਾਨੂੰ ਸਮਝਦੇ ਆ। ਕਈ ਵਾਰ ਡਰਾਈਵਰ ਵੀਰ ਵੀ ਹੁੰਦੇ ਆ ਨਹੀਂ ਇੰਨੇ ਪੜ੍ਹੇ ਲਿਖੇ ਹੁੰਦੇ, ਗੱਡੀ ਚਲਾਉਂਦੇ ਆ, ਟਰੱਕ ਵਾਲੇ ਹੁੰਦੇ ਆ, ਇਹ ਨਹੀਂ ਕਿ ਉਹ ਗਲਤ, ਉਹ ਵੀ ਬੜਾ ਕਹਿੰਦੇ ਆ। ਕੋਈ ਧੀ ਕੋਈ ਪੁੱਤ ਕਹਿ ਕੇ ਬੁਲਾਉਂਦਾ, ਬੜਾ ਚੰਗਾ ਲੱਗਦਾ ਹੈ। ਪਰ ਕਈ ਵਾਰ ਕੋਈ ਸਿੱਧਾ ਆ ਕੇ ਕੋਈ ਮੈਡਮ ਬੋਲਦਾ, ਕੋਈ ਸਿੱਧਾ ਬੋਲਦਾ ਇਹ ਕੁੜੀਏ। ਕਈ ਵਾਰ ਮੈਡਮ ਪੜ੍ਹੇ ਲਿਖੇ ਮੁੰਡੇ ਗਲਤ ਵਰਡ ਯੂਜ਼ ਕਰਦੇ ਆ, ਉਹ ਹੋਰ ਤਰ੍ਹਾਂ ਦੀ ਗੱਲਾਂ ਕਰਨਗੇ। ਪਤਾ ਲੱਗ ਜਾਂਦਾ ਬੰਦੇ ਦੀ ਗੱਲ ਤੋਂ ਨਾ, ਜੱਜ ਹੋ ਜਾਂਦਾ ਕਿ ਬੰਦਾ ਸਾਨੂੰ ਕਿਸ ਵੇ ਦੇ ਵਿੱਚ ਬੁਲਾ ਰਿਹਾ ਜਾਂ ਕੋਈ ਗੱਲ ਕਹਿ ਰਿਹਾ, ਸਮਝ ਲੱਗ ਜਾਂਦੀ ਆ। ਪਰ ਉੱਥੇ ਮੈਂ ਇੰਨੀ ਮਜਬੂਰ ਹੁੰਦੀ ਹਾਂ ਕਿ ਮੈਂ ਉਹਨਾਂ ਨੂੰ ਉਲਟ ਕੇ ਕੁਝ ਕਹਿ ਨਹੀਂ ਸਕਦੀ। ਜੇ ਕਈ ਵਾਰ ਕੋਈ ਜ਼ਿਆਦਾ ਹੀ ਬਦਤਮੀਜ਼ੀ ਕਰਦਾ, ਗੱਲ ਕਹਿ ਦਿੰਦੀ ਹਾਂ ਅੱਗੇ ਤੋਂ, ਫਿਰ ਉਹ ਗੱਲ ਸੁਣ ਕੇ ਜਾਂ 2 ਗੱਲਾਂ ਕਿਸੇ ਨੂੰ ਕਹਿ ਕੇ ਨਾ, ਫਿਰ ਬਾਅਦ ਵਿੱਚ ਦਿਲ ਅੰਦਰੋਂ ਬੜਾ ਦਿਲ ਕੀ ਮੈਡਮ ਫਿਰ ਤਾਂ ਅੱਖਾਂ ਹੀ ਬੜਾ ਰੋਣਾ ਆਉਂਦਾ ਹੈ ਕਿ ਕਾਸ਼ ਅੱਜ ਪਿਓ ਖੜਾ ਹੁੰਦਾ ਤਾਂ ਮੈਂ ਇੱਥੇ ਨਾ ਖੜੀ ਹੁੰਦੀ, ਲੋਕਾਂ ਦੀ ਗੱਲਾਂ ਨਾ ਸੁਣਦੇ। ਲੋਕਾਂ ਦੀ ਗੱਲਾਂ ਸੁਣਨੀਆਂ ਬਹੁਤ ਔਖੀਆਂ ਨੇ, ਬਹੁਤ ਜ਼ਿਆਦਾ। ਪਿਓ ਤੋਂ ਬਿਨਾਂ ਨਹੀਂ ਗੱਲਾਂ ਸੁਣੀਆਂ ਜਾਂਦੀਆਂ, ਬੜਾ ਔਖਾ ਹੈ। ਪਿਓ ਬਿਨਾਂ ਕੁੜੀ ਨੂੰ ਸਰਵਾਈਵ ਕਰਨਾ, ਜਿਹੜੀ ਕੁੜੀ ਆਪਣੇ ਪਿਓ ਦੇ ਸਿਰ ਤੇ ਰਾਜਕੁਮਾਰੀ ਹੁੰਦੀ ਆ, ਅੱਜ ਕੋਈ ਹੱਥ ਫੜ ਕੇ ਕਹਿਣ ਵਾਲਾ ਨਹੀਂ ਹੈਗਾ ਕਿ ਟੈਨਸ਼ਨ ਨਾ ਲਓ, ਤੁਹਾਡੇ ਨਾਲ ਅਸੀਂ ਖੜੇ ਆ।
ਬੜਾ ਔਖਾ ਹੈ, ਬੜਾ ਜ਼ਿਆਦਾ। ਪਿਓ ਨਹੀਂ ਕਿਸੇ ਦਾ ਵੀ ਜਾਣਾ ਚਾਹੀਦਾ। ਪਿਓ ਬਿਨਾਂ ਜ਼ਿੰਦਗੀ ਕੱਟਣੀ ਬਹੁਤ ਔਖੀ ਆ, ਬਹੁਤ ਜ਼ਿਆਦਾ। ਕਈਆਂ ਦੇ ਰਿਸ਼ਤੇਦਾਰ ਹੁੰਦੇ ਆ ਵਧੀਆ, ਜੋ ਪਿਓ ਮਰ ਜਾਂਦਾ ਚਾਚੇ ਤਾਏ ਨਾਲ ਖੜਦੇ ਆ, ਹੋਰ ਰਿਸ਼ਤੇਦਾਰ ਬੜੇ ਹੁੰਦੇ ਨੇ। ਪਰ ਮੈਡਮ ਮੇਰੇ ਰਿਸ਼ਤੇਦਾਰ ਇੱਦਾਂ ਦੇ ਨੇ, ਨਾਲ ਖੜਨਾ ਬੜੀ ਦੂਰ ਦੀ ਗੱਲ ਹੈ। ਫੋਨ ਕਰਕੇ ਸਾਨੂੰ ਹੌਸਲਾ ਵੀ ਨਹੀਂ ਦੇਣ ਵਾਲੇ ਹੈਗੇ। ਕਈ ਲੋਕੀ ਬੰਦਾ ਕੋਈ ਇਹ ਨਾਲ ਕਹਿ ਦੇਵੇ ਨਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਪੁੱਤ ਟੈਨਸ਼ਨ ਨਹੀਂ ਲੈਣੀ, ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸਿਓ। ਬੰਦੇ ਨੂੰ ਨਾ ਇੰਨੇ 'ਚ ਹੌਸਲਾ ਹੋ ਜਾਂਦਾ ਹੈ। ਸਾਡੇ ਨਾਲ ਤਾਂ ਕੋਈ ਇਹ ਕਹਿਣ ਵਾਲਾ ਨਹੀਂ ਹੈਗਾ। ਕੰਨ ਤਰਸ ਗਏ ਨੇ ਇਹ ਗੱਲ ਸੁਣਨ ਨੂੰ ਵੀ, ਕੋਈ ਸਾਨੂੰ ਇਹ ਗੱਲ ਕਹੇ ਕਿ ਤੁਹਾਡੇ ਨਾਲ ਖੜਿਆ ਸੀ, ਤੁਸੀਂ ਟੈਨਸ਼ਨ ਨਾ ਲਿਓ। ਟੈਨਸ਼ਨ ਕੋਈ ਦਿੱਕਤ ਆ ਤੇ ਇਕੱਲੇ ਬੈਠ ਕੇ ਰੋ ਲਓ ਅੰਦਰ, ਅੱਖਾਂ ਸਾਫ਼ ਕਰਕੇ ਮੂੰਹ ਧੋ ਕੇ ਬਾਹਰ ਆ ਜਾਓ, ਲੋਕਾਂ ਨੂੰ ਹੱਸ ਕੇ ਦਿਖਾ ਦਿਓ ਕਿ ਅਸੀਂ ਬਹੁਤ ਖੁਸ਼ ਹਾਂ। ਬਸ ਇਹ ਜ਼ਿੰਦਗੀ ਰਹਿ ਗਈ ਹੁਣ ਸਾਡੀ, ਕਿ ਅਗਰ ਸਾਨੂੰ ਕੋਈ ਤਕਲੀਫ ਆ ਤਾਂ ਅੰਦਰ ਬੈਠ ਕੇ ਰੋ ਲੈਂਦੇ ਹਾਂ, ਹੰਝੂ ਸਾਫ਼ ਕਰਕੇ ਮੂੰਹ ਧੋ ਕੇ ਫਿਰ ਆ ਕੇ ਬਾਹਰ ਹੱਸ ਕੇ ਵਿਖਾ ਦਿੰਦੇ ਕਿ ਅਸੀਂ ਬਹੁਤ ਖੁਸ਼ ਹਾਂ। ਕਿਉਂਕਿ ਇੱਕ ਸੱਚਾਈ ਹੋਰ ਅੱਜ ਦੇ ਟਾਈਮ ਦੀ, ਲੋਕ ਨਾ ਕਿਸੇ ਦਾ ਮਨ ਨਹੀਂ ਪੜ੍ਹ ਸਕਦੇ, ਨਾ ਕਿਸੇ ਦਾ ਫੇਸ ਤੇ ਦੁੱਖ ਦੇਖ ਸਕਦੇ। ਸਿਰਫ ਦਿਖਾਵਾ ਚੱਲਦਾ ਹੈ ਅੱਜ ਦੇ ਟਾਈਮ 'ਚ, ਸਿਰਫ ਦਿਖਾਵਾ ਹੈ। ਅਗਰ ਮੈਂ ਸੋਹਣੇ ਕੱਪੜੇ ਪਾਏ ਹੋਏ ਨੇ, ਮੇਰੇ ਕੋਲ ਵਧੀਆ ਮੈਂ ਗੋਲਡ ਵਗੈਰਾ ਪਾਇਆ, ਤਾਂ ਲੋਕੀ ਕਹਿਣਗੇ ਯਾਰ ਇਹ ਬੜਾ ਰਿਚ ਹੈ। ਘਰੇ ਭਾਵੇਂ ਮੇਰੇ ਰੋਟੀ ਨਾ ਪੱਕਦੀ ਹੋਵੇ, ਮੇਰੇ ਸੰਸਕਾਰ ਵਧੀਆ ਨੇ, ਮੇਰੀ ਸੋਚ ਵਧੀਆ ਹੈ, ਉਹਦੀ ਕੋਈ ਵੈਲਿਊ ਨਹੀਂ ਹੈਗੀ। ਅਗਰ ਮੇਰੇ ਕੱਪੜੇ ਘਟੀਆ ਨੇ, ਅਗਰ ਮੈਂ ਢਾਬੇ 'ਤੇ ਖੜੀ ਹਾਂ ਤਾਂ ਮੈਂ ਕੁੜੀ ਘਟੀਆ ਹੈ। ਮੇਰੀ ਇਹ ਲੋਕਾਂ ਦੀ ਮੈਂਟੈਲਿਟੀ ਹੈ, ਇਹ ਲੋਕਾਂ ਦੀ ਸੋਚ ਹੈ। ਕੁੜੀ ਦੇ ਸੰਸਕਾਰ ਨਹੀਂ ਵੇਖਣੇ, ਕੁੜੀ ਦੀ। ਅੱਧੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਮੈਂ ਪੜ੍ਹੀ ਕਿੰਨੀ ਹੋਊਂਗੀ। ਢਾਬੇ ਪਰ ਕਈ ਲੋਕੀ ਮੈਨੂੰ ਖੜੇ ਇਹ ਸੋਚ ਲੈਂਦੇ ਆ ਕਿ ਐਵੇਂ ਹੋਏਗੀ, ਹਾਂ ਅਨਪੜ੍ਹ ਹੋਏਗੀ, ਢਾਬੇ 'ਤੇ ਖੜੀ ਆ ਤਾਂ ਹੀ ਢਾਬੇ 'ਤੇ ਖੜੀ ਆ। ਕਈ ਵਾਰ ਕੋਈ ਆਂਦਾ ਪੁੱਛਦੇ ਨੇ ਮੈਡਮ ਤੁਸੀਂ ਕੀ, ਫਿਰ ਮੈਂ ਦੱਸਦੀ ਹਾਂ ਉਹਨਾਂ ਨੂੰ ਕਿ ਮੇਰੀ ਆਹ ਵਾਲੀ ਕੁਆਲੀਫਿਕੇਸ਼ਨ ਹੈ ਤੇ ਮੈਂ 2 ਸਾਲ ਜੋਬ ਕੀਤੀ ਆ। ਫਿਰ ਬੜੇ ਹੈਰਾਨ ਹੁੰਦੇ, ਮੈਡਮ ਤੁਸੀਂ ਪ੍ਰੋਫੈਸਰ ਰਹੇ ਹੋ, ਤੁਸੀਂ ਜੇ ਢਾਬੇ 'ਤੇ ਕਿਉਂ ਆ ਗਏ? ਫਿਰ ਉਹਨਾਂ ਨੂੰ ਮਜਬੂਰੀ ਦੱਸੀ ਦੀ ਆ, ਵੀਰੇ ਆਹ ਵਾਲੀ ਮਜਬੂਰੀ ਆ। ਫਿਰ ਪ੍ਰਾਊਡ ਫੀਲ ਕਰਦੇ ਨੇ ਕਿ ਮੈਡਮ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ, ਬਲੈਸਿੰਗ ਵੀ ਦਿੰਦੇ ਆ ਬੜੇ ਲੋਕੀ। ਪਰ ਕੁਛ ਲੋਕੀ 100 ਦੇ ਵਿੱਚੋਂ ਨਾ 10% ਲੋਕੀ ਇੱਦਾਂ ਦੇ ਨੇ ਜੋ ਪੂਰੇ ਦਿਨ ਦੀ ਕੀਤੀ ਹੋਈ ਮਿਹਨਤ ਹੈ ਨਾ ਇੱਕਦਮ ਮਿੱਟੀ 'ਚ। ਦਿਨ ਨਹੀਂ 4 ਸਾਲਾਂ ਦੇ ਵਿੱਚ ਨਿਕਲਿਆ ਕਿ ਜਿਸ ਦਿਨ ਅਸੀਂ ਨਾ ਰੋਏ ਹੋਈਏ। ਅਗਰ ਪੂਰਾ ਦਿਨ ਸਾਡਾ ਸਹੀ ਜਾਂਦਾ ਹੈ ਤਾਂ ਰਾਤ ਨੂੰ ਰੋ ਲੈਂਦੇ ਹਾਂ, ਨਹੀਂ ਕਈ ਵਾਰ ਤਾਂ ਐਵੇਂ ਦਾ ਹੁੰਦਾ ਕਿ ਸਵੇਰੇ ਦਿਨ ਚੜ੍ਹਦੇ ਹੀ ਰੋ ਲੈਂਦੇ ਹਾਂ। ਐਵੇਂ ਦਾ ਕੋਈ ਦਿਨ ਹੀ ਨਹੀਂ ਹੈ ਕਿ ਵਾਹਿਗੁਰੂ ਕੋਈ ਖੁਸ਼ੀ ਦੇਵੇ, ਔਰ ਐਵੇਂ ਦਾ ਕਿਸੇ ਦਾ ਸਹਾਰਾ ਨਹੀਂ ਹੈ। ਇਹ ਸੋਚ ਸਕੇ ਕਿ ਇਹਦਾ ਸਾਨੂੰ ਸਹਾਰਾ ਹੈ ਕਿ ਅਸੀਂ ਆਰਾਮ ਨਾਲ ਬੈਠ ਕੇ 2 ਪਲ ਸੁੱਖ ਦਾ ਸਾਹ ਲੈ ਲਾਂਗੇ। ਐਵੇਂ ਦਾ ਕੋਈ ਉਹ ਨਹੀਂ। ਮਦਰ ਵੀ ਬਿਮਾਰ ਰਹਿੰਦੇ ਨੇ? ਮਦਰ ਮੇਰੇ ਬਿਮਾਰ ਰਹਿੰਦੇ, ਉਹਨਾਂ ਨੂੰ ਬੜੀ ਜ਼ਿਆਦਾ ਪ੍ਰੋਬਲਮ ਹੈ, ਡਾਇਬਟੀਜ਼ ਵੀ ਹੈ, ਉਹਨਾਂ ਦੇ ਪੀਤੇ 'ਚ ਪੱਥਰੀ ਆ। ਪਹਿਲਾਂ ਵੀ 3 ਆਪਰੇਸ਼ਨ ਉਹਨਾਂ ਦੇ ਹੋ ਚੁੱਕੇ ਆ ਅਤੇ ਹੁਣ ਡਾਕਟਰ ਨੇ ਫਿਰ ਉਹਨਾਂ ਦਾ ਆਪਰੇਸ਼ਨ ਦੱਸਿਆ ਹੈ। ਪਰ ਮੈਮ ਫਿਰ ਆਪਰੇਸ਼ਨ ਦੇ ਲਈ ਪੈਸੇ ਚਾਹੀਦੇ ਆ। 25 ਲੱਖ ਦਾ ਕਰਜ਼ਾ ਪਹਿਲਾਂ ਹੀ। ਸਿਸਟਰ ਬਿਮਾਰ, ਤੁਹਾਨੂੰ ਦੱਸਿਆ ਮੈਂ ਸਿਸਟਰ ਬਿਮਾਰ ਰਹੀ ਆ, ਉਹਦੇ ਬਾਅਦ ਮੇਰਾ 25 ਲੱਖ ਲੱਗ ਗਿਆ। 25 ਲੱਖ ਕਹਿਣਾ ਬੜਾ ਸੌਖਾ ਹੈ, ਪਰ ਜਦੋਂ ਬੰਦਾ ਕਿਸੇ ਤੋਂ ਫੜ ਕੇ ਲਗਾਉਂਦਾ ਨਾ, ਅੱਜ ਦੇ ਟਾਈਮ 'ਚ ਬਿਕਰੀਆਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ। 25 ਲੱਖ ਇਕੱਠਾ ਕਰਨਾ ਬਹੁਤ ਔਖਾ ਹੈ। ਹੁਣ ਜਿਨ੍ਹਾਂ ਤੋਂ ਮੈਂ ਫੜੇ ਸੀ, ਜਿਨ੍ਹਾਂ ਤੋਂ ਮੈਂ ਦੇਣੇ ਆ, ਉਹ ਅਗਲੇ ਤੁਹਾਨੂੰ ਪਤਾ ਉਹਨਾਂ ਜਿਨ੍ਹਾਂ ਨੇ ਦਿੱਤੇ ਆ ਉਹਨਾਂ ਤਾਂ ਅਗਲੇ ਮੰਗਣਗੇ, ਕਿਉਂਕਿ ਅਗਲੇ ਨੇ ਮੇਰੇ ਤੋਂ ਲਏ ਆ। ਬਸ ਉਹ ਮਜਬੂਰੀ ਹੈ ਕਿ ਲੋਕਾਂ ਦਾ ਕਰਜ਼ਾ ਉਤਾਰਨਾ ਹੈ, ਮੰਮੀ ਦਾ ਆਪਰੇਸ਼ਨ ਕਰਵਾਉਣਾ ਹੈ, ਅਤੇ ਮੈਂ ਇਸ ਕਰਕੇ ਢਾਬਾ ਚਲਾਉਂਦੀ ਹਾਂ। ਰਿਸ਼ਤੇਦਾਰ ਇਹ ਤੱਕ ਮੈਨੂੰ ਬੋਲ ਦਿੰਦੇ ਆ ਤੁਸੀਂ ਢਾਬਾ ਵੇਚ ਦਿਓ, ਤੁਸੀਂ ਢਾਬਾ ਛੱਡ ਦਿਓ। ਮੈਨੂੰ ਮੇਰੇ ਰਿਸ਼ਤੇਦਾਰ ਇਹ ਗੱਲ ਬੋਲਦੇ ਆ ਤੂੰ ਪੜ੍ਹੀ ਲਿਖੀ ਆ, ਨੌਕਰੀ ਦੀ ਤਿਆਰੀ ਕਰ, ਢਾਬਾ ਛੱਡ ਦੇ। ਚਲੋ ਠੀਕ ਹੈ ਜੀ, ਢਾਬਾ ਛੱਡ ਦਿੰਦੇ ਆ, ਵੇਚ ਦਿੰਦੇ ਆ। ਵੇਚੋ ਇਹ ਪੈਸੇ ਨਾਲ ਕੀ ਮੇਰਾ 25 ਲੱਖ ਦਾ ਢਾਬਾ ਵਿਕ ਜਾਏਗਾ? ਵੇਚੇ ਪੈਸੇ ਨਾਲ ਮੇਰਾ ਕਰਜ਼ਾ ਉਤਰ ਜਾਏਗਾ? ਅਗਰ ਮੈਂ ਨੌਕਰੀ ਦੀ ਤਿਆਰੀ ਕਰਦੀ ਹਾਂ, ਕੋਈ ਨੌਕਰੀ ਵੀ ਮਤਲਬ ਕਰਦੀ ਹਾਂ, ਤਾਂ ਉਹ ਤਿਆਰੀ ਲਈ ਮੈਨੂੰ ਪੈਸੇ ਵੀ ਚਾਹੀਦੇ ਆ। ਸਟੱਡੀ ਲਈ ਮੈਨੂੰ ਪੈਸੇ ਕੌਣ ਦੇਗਾ? ਜਿਹੜੇ ਰਿਸ਼ਤੇਦਾਰ ਸਾਨੂੰ ਇਹ ਨਹੀਂ ਪੁੱਛਦੇ ਲੋਕਡਾਊਨ 'ਚ, ਜਿਨ੍ਹਾਂ ਨੇ ਇਹ ਨਹੀਂ ਪੁੱਛਿਆ ਕਿ ਤੁਸੀਂ ਕੁਝ ਖਾ ਰਹੇ ਹੋ ਕਿ ਨਹੀਂ ਖਾ, ਤੁਹਾਡੇ ਘਰੇ ਰਾਸ਼ਨ ਹੈ ਕਿ ਨਹੀਂ ਹੈ, ਉਹ ਰਿਸ਼ਤੇਦਾਰ ਮੈਨੂੰ ਪੜ੍ਹਾ ਦੇਣਗੇ। ਰਿਸ਼ਤੇਦਾਰਾਂ ਤੇ ਤੋਂ ਕਹਿਣਾ ਕਿ ਤੂੰ ਢਾਬੇ 'ਤੇ ਨਾ ਖੜਿਆ ਕਰ, ਤੇਰਾ ਢਾਬੇ 'ਤੇ ਖੜਨਾ ਸਹੀ ਨਹੀਂ ਹੈਗਾ। ਨਹੀਂ ਮੈਂ ਮੰਨਦੀ ਹਾਂ ਕਿ ਢਾਬਾ ਲਾਈਨ ਕੁੜੀਆਂ ਲਈ ਨਹੀਂ ਸਹੀ ਹੈਗੀ, ਠੀਕ ਹੈ, ਇੱਥੇ ਬੜੇ ਤਰ੍ਹਾਂ ਦੇ ਲੋਕੀ ਆਉਂਦੇ ਆ, ਪਰ ਮੈਡਮ ਜੇ ਆਪਾਂ ਲੋਕਾਂ ਨੂੰ ਦੇਖ ਕੇ ਜੀ ਗਏ ਫਿਰ ਸਾਨੂੰ ਕੌਣ ਪੁੱਛੇਗਾ? ਜਾਂ ਤਾਂ ਇਹ ਹੋਵੇ ਰਿਸ਼ਤੇਦਾਰ ਸਾਨੂੰ ਖਾਣ ਲਈ ਦਾਣੇ ਦੇਣ ਸਾਡੇ ਘਰੇ, ਤਾਂ ਅਸੀਂ ਬਹਿ ਜਾਂਦੇ ਹਾਂ ਘਰੇ, ਸਾਡੇ ਦੁੱਖ ਸੁੱਖ 'ਚ ਸਾਨੂੰ ਦਵਾਈ ਬੂਟੀ ਦੇਣ, ਅਸੀਂ ਬਹਿ ਜਾਂਦੇ ਹਾਂ ਘਰੇ, ਨਹੀਂ ਢਾਬੇ 'ਤੇ ਖੜਦੀ। ਲੋਕਾਂ ਨੇ ਤਾਂ ਸਾਨੂੰ ਗਲਤ ਕਹਿਣਾ, ਸਾਨੂੰ ਸਾਡੇ ਖੁਦ ਰਿਸ਼ਤੇਦਾਰ ਕਹਿ ਦਿੰਦੇ ਤੁਸੀਂ ਢਾਬੇ 'ਤੇ ਕਿਉਂ ਖੜੇ ਹੋ, ਨਹੀਂ ਚੰਗੇ ਲੱਗਦੇ ਖੜੇ। ਸੋਚ ਹੈ ਲੋਕਾਂ ਦੀ। ਤੁਸੀਂ ਕਹਿੰਦੇ ਸੀਗੇ ਕਿ ਢਾਬਾ ਵੇਚਣ ਦੀ ਗੱਲ ਆਉਂਦੀ, ਤੁਸੀਂ ਕਹਿੰਦੇ ਵੀ ਜੇ ਕਿਸੇ ਨੂੰ ਮੈਂ ਘਰ ਢਾਬਾ ਵੇਚਦੀ ਹਾਂ,
ਉਹਨੇ ਫਾਦਰ ਸਾਹਿਬ ਦਾ ਨਾਮ ਹਟਾ ਕੇ ਆਪਣਾ ਲਾਉਣਾ, ਤੇ ਤੁਸੀਂ ਚਾਹੁੰਦੇ ਹੋ ਵੀ ਜੋ ਤੁਹਾਡੇ ਫਾਦਰ ਸਾਹਿਬ ਨੇ ਬਿਜ਼ਨਸ ਖੜਾ ਕੀਤਾ ਵੀ ਉਹਨੂੰ ਇਦਾਂ ਹੀ ਸਟੈਂਡ ਰੱਖਾ ਜਿੰਨੀ ਚਿਰ ਹੈ। ਹਾਂਜੀ, ਮੈਂ ਅਗਰ ਮੇਰਾ ਕੋਈ ਹੋਰ ਬਿਜ਼ਨਸ ਹੁੰਦਾ ਸ਼ਾਇਦ ਮੈਂ ਸੋਚ ਵੀ ਲੈਂਦੀ ਵੇਚਣ ਬਾਰੇ, ਪਰ ਅਸੀਂ ਆਪਣੀ ਮੰਮਾ ਦੇ ਮੂੰਹੋਂ ਨਾ ਬੜੀ ਵਾਰ ਸੁਣਦੇ ਹਾਂ ਕਿ ਤੁਹਾਡੇ ਪਾਪਾ ਨੇ ਨਾ ਰਾਤਾਂ ਜਾਗੀਆਂ ਹੋਈਆਂ ਨੇ। ਅਸੀਂ ਸੁਣਦੇ ਹੁੰਦੇ ਸੀ, ਸਾਨੂੰ ਨਹੀਂ ਪਤਾ ਸੀ ਵੀ ਇਹ ਕਿਉਂ ਕਹਿੰਦੇ ਆ। ਅੱਜ ਇਸ ਲਾਈਨ 'ਚ ਆਈ ਆ, ਖੁਦ ਇੱਥੇ ਇਸ ਕੰਮ ਦੇ ਖੜੀਆਂ, ਪਾਪਾ ਵਾਲੀ ਜਗ੍ਹਾ 'ਤੇ ਖੜੀਆਂ, ਹੁਣ ਪਤਾ ਲੱਗਦਾ ਰਾਤਾਂ ਜਾਗੀਆਂ ਕਿਉਂ ਕਹਿੰਦੇ ਆ। ਸਵੇਰੇ ਇੱਕਦਮ ਜਲਦੀ ਉੱਠਣਾ, ਰਾਤ ਨੂੰ 2-2 3-3 ਵਜੇ ਤੱਕ ਜਾਗਣਾ, ਫਿਰ ਘਰੇ ਜਾ ਕੇ ਸੁੰਨਸਾਨ ਏਰੀਏ 'ਚ ਜਾਣਾ, ਉਹਨੂੰ ਕਹਿੰਦੇ ਆ ਰਾਤਾਂ ਜਾਗਣੇ। ਜਦੋਂ ਕਈ ਵਾਰ ਕੰਮ ਨਹੀਂ ਹੁੰਦਾ ਨਾ, ਫਿਰ ਅੱਡੀਆਂ ਚੱਕ ਚੁੱਕ ਕੇ ਵੇਖਣਾ ਕੋਈ ਗਾਹਕ ਆਵੇ, ਕੋਈ ਗਾਹਕ ਆਵੇ। ਉਹ ਪਾਪਾ ਦੀ ਇੰਨੀ ਮਿਹਨਤ ਆ ਨਾ ਕਿ ਮੈਂ ਬਸ ਆਪਣੇ ਪਾਪਾ ਦੀ ਮਿਹਨਤ ਕਰਕੇ ਆਪਣੀ ਜੋਬ ਛੱਡ ਕੇ ਢਾਬੇ 'ਤੇ ਖੜੀ ਹਾਂ। ਅਤੇ ਮੇਰਾ ਇੱਕੋ ਹੀ ਮਕਸਦ ਆ ਕਿ ਮੈਂ ਆਪਣੇ ਪਾਪਾ ਦੇ ਨਾਮ ਨੂੰ ਨਾ ਇੰਨਾ ਅੱਗੇ ਲੈ ਕੇ ਜਾਵਾਂ ਕਿ ਮੈਂ ਜਿਹੜੇ ਲੋਕੀ ਮੇਰੇ ਪਾਪਾ ਦੇ ਅੰਗੇਂਸਡ ਹੋ ਗਏ ਨਾ, ਜਿਹੜੇ ਕਿਸੇ ਟਾਈਮ ਮੇਰੇ ਪਾਪਾ ਦੇ ਭਰਾ ਬਣੇ ਹੋਏ ਸੀ ਤੇ ਅੱਜ ਉਹ ਸਾਡੇ ਦੁਸ਼ਮਣ ਬਣ ਗਏ ਨੇ। ਮੈਂ ਨਾਮ ਨਹੀਂ ਲਊਂਗੀ। ਇੱਥੋਂ ਦੇ ਕੁਝ ਬੰਦੇ ਨੇ ਜਿਹੜੇ ਮੇਰੇ ਪਾਪਾ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਭਰਾ ਬਣੇ ਹੋਏ ਆ, ਜਿਨ੍ਹਾਂ ਨੂੰ ਖੁਦ ਮੇਰੇ ਪਾਪਾ ਨੇ ਸਟੈਂਡ ਕੀਤਾ। ਸਟੈਂਡ ਮੀਨਸ ਵੀ ਉਹਨਾਂ ਨੂੰ ਕੰਮ ਵਿਹਲੇ ਹੁੰਦੇ ਸੀ ਲੋਕੀ, ਉਹ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਲਗਾਇਆ ਵੀ ਤੁਸੀਂ ਆਹ ਵਾਲਾ ਕੰਮ ਕਰੋ, ਉਹਨਾਂ ਨੂੰ ਕੰਮ ਖੋਲ ਕੇ ਵੀ ਦਿਆ। ਖੁਦ ਮੇਰੇ ਪਾਪਾ ਨੇ ਨਾ ਉਹਨਾਂ ਦੇ ਕੰਮ ਖੋਲ ਕੇ, ਉਹਨਾਂ ਦੇ ਕੰਮ ਬਿਜ਼ਨਸ ਦੇ ਵਿੱਚ ਮੇਰੇ ਪਾਪਾ ਨੇ ਆਪ ਇਨਵੈਸਟ ਕੀਤਾ, ਔਰ ਉਹ ਬਿਜ਼ਨਸ ਦੇ ਵਿੱਚ ਮੇਰੇ ਪਾਪਾ ਨੇ ਆਪ ਆਪਣੇ ਹੱਥੀਂ ਕੰਮ ਕੀਤਾ। ਹਫਤਾ 10-10 ਦਿਨ ਉੱਥੇ ਮੇਰੇ ਪਾਪਾ ਨੇ ਕੰਮ ਕਰਕੇ ਆਉਣਾ ਵੀ ਤੁਹਾਡੀ ਇੱਕ ਵਾਰੀ ਮਾਰਕੀਟ ਬਣ ਜਾਵੇ। ਅੱਜ ਉਹ ਲੋਕੀ ਸਾਡੇ ਦੁਸ਼ਮਣ ਬਣ ਗਏ। ਦੁਸ਼ਮਣ ਇਸ ਗੱਲੋਂ ਬਣ ਗਏ, ਉਹਨਾਂ ਨੂੰ ਇਹ ਸੀ ਕਿ ਮੁੰਡੇ ਦੀ ਡੈਥ ਹੋ ਗਈ ਹੈ, ਪਾਪਾ ਤੋਂ ਬਾਅਦ ਬ੍ਰਦਰ ਦੀ ਡੈਥ ਹੋਈ, ਵੀ ਇਹਨਾਂ ਦਾ ਕੰਮ ਬਿਜ਼ਨਸ ਖਤਮ ਹੈ, ਕਿਸੇ ਨੇ ਢਾਬੇ 'ਤੇ ਨਹੀਂ ਆਉਣਾ ਤੇ ਢਾਬੇ ਅਸੀਂ ਕਬਜ਼ਾ ਕਰ ਲੈਣਾ। ਪਰ ਉਹ ਵਾਹਿਗੁਰੂ ਨੇ ਮੈਨੂੰ ਹਿੰਮਤ ਬਖਸ਼ੀ ਕਿ ਮੈਂ ਆਪਣੀ ਨੌਕਰੀ ਛੱਡ ਕੇ ਢਾਬੇ ਆ ਕੇ ਮੈਂ ਸਟੈਂਡ ਕੀਤਾ ਤੇ ਮੈਂ ਢਾਬੇ ਜਾ ਕੇ ਖੜ ਗਈ। ਤੇ ਇਹ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੋ ਗਿਆ ਕਿ ਕੁੜੀ ਨੇ ਕੰਮ ਸਾਂਭ ਲਿਆ ਪਿਓ ਦਾ, ਇਸ ਕਰਕੇ ਉਹ ਮੇਰੇ ਦੁਸ਼ਮਣ ਬਣ ਗਏ ਨੇ। ਤੇ ਉਹ ਐਵੇਂ ਦੇ ਦੁਸ਼ਮਣ ਬਣ ਗਏ ਕਿ ਉਹ ਮੇਰਾ ਹੀ ਮਤਲਬ ਮੈਨੂੰ ਬਰਬਾਦ ਕਰਨ ਦੇ ਲਈ ਮੇਰੇ ਤੇ ਪਤਾ ਨਹੀਂ ਕੀ ਕੀ ਇਲਜ਼ਾਮ ਲਗਾ ਦਿੰਦੇ। ਕਈ ਵਾਰ ਮੈਨੂੰ ਕਹਿ ਦੇਣਗੇ ਇਹ ਤਾਂ ਜੀ ਉਰੇ ਗਲਤ ਇਲੀਗਲ ਕੰਮ ਕਰਦੇ ਨੇ, ਇਹ ਤਾਂ ਜੀ ਇਹ ਕਰਦੇ ਨੇ। ਮੇਰੇ ਥਾਣੇ 'ਚ ਵੀ ਕਈ ਵਾਰ ਮੈਨੂੰ ਮੇਰੀ ਰਿਪੋਰਟਾਂ ਕਰਾ ਦਿੰਦੇ ਆ, ਇਹਦਾ ਜੀ ਢਾਬੇ ਪਰ ਚੋਰੀਆਂ ਹੁੰਦੀਆਂ ਨਾ, ਢਾਬੇ ਦੇ ਜਿਹੜੇ ਡਰਾਈਵਰ ਦਾ ਉਹਨਾਂ ਦੇ ਆਪਣੇ ਹੀ ਡਰਾਈਵਰ ਹੁੰਦੇ ਨੇ, ਕਹਿ ਦਿੰਦੇ ਨੇ ਕਿ ਜਿਹਨਾਂ ਦੇ ਢਾਬੇ ਪਰ ਚੋਰੀ ਹੋ ਗਈ। ਤੇ ਫਿਰ ਜਦੋਂ ਕੋਈ ਗੱਲ ਹੁੰਦੀ ਆ, ਕੁੜੀ ਹੈ ਬਾਰ-ਬਾਰ ਥਾਣੇ ਦੇ ਚੱਕਰ ਕੱਟਦੀ ਚੰਗੀ ਨਹੀਂ ਲੱਗਦੀ। ਇਹ ਗੱਲਾਂ ਦਾ ਨਾ ਲੋਕੀ ਫਿਰ ਫਾਇਦਾ ਚੁੱਕਦੇ ਨੇ ਕਿ ਇੱਕ ਕੁੜੀ ਹੈ ਢਾਬੇ 'ਤੇ ਖੜੇਗੀ ਕਿ ਬਾਹਰ ਜਾਏਗੀ, ਥਾਣੇ ਜਾਏਗੀ। ਫਿਰ ਉਹ ਬੜਾ, ਪਰ ਬਸ ਵਾਹਿਗੁਰੂ ਅੱਗੇ ਹੀ ਅਰਦਾਸ ਆਈ, ਪਰਮਾਤਮਾ ਕਦੀ ਵੀ ਐਵੇਂ ਦਾ ਕੋਈ ਦਿਨ ਨਾ ਵਿਖਾਏ ਕਿਸੇ ਨੂੰ। ਅਪ ਡਾਊਨ ਸਭ ਦੀ ਲਾਈਫ 'ਚ ਆਉਂਦੇ ਆ, ਇੰਨੇ ਕੁ ਦਈ ਕਿ ਬੰਦਾ ਉਹਨੂੰ ਸਹਿ ਸਕੇ। ਸਹਿਣ ਦੀ, ਅਗਰ ਤੁਸੀਂ ਕਿਸੇ ਨੂੰ ਦੁੱਖ ਦਿੰਦੇ ਹੋ ਨਾ, ਵਾਹਿਗੁਰੂ ਜੀ ਤੁਹਾਨੂੰ ਸਹਿਣ ਦੀ ਹਿੰਮਤ ਵੀ ਦਿੰਦੇ ਹੋ, ਪਰ ਇੰਨੇ ਦੁੱਖ ਨਾ ਦਿਓ ਕਿ ਬੰਦੇ ਦੀ ਨਾ ਅੰਦਰੋਂ ਆਤਮਾ ਹੀ ਮਰ ਜਾਵੇ, ਰੂਹ ਮਰ ਗਈ। ਮੈਡਮ ਮੇਰੇ ਸ਼ੌਂਕ ਮਰ ਗਏ ਨੇ। ਅਗਰ ਮੇਰੀ ਲਾਈਨ ਇੱਦਾਂ ਦੀ ਆ, ਮੈਂ ਨਾ ਇੱਥੇ ਜ਼ਿਆਦਾ ਕੋਈ ਵਧੀਆ ਮਤਲਬ ਕੱਪੜਾ ਪਾ ਕੇ ਨਹੀਂ ਆ ਸਕਦੇ। ਲੋਕੀ ਫਿਰ ਨਾ ਉਹਨਾਂ ਦੀ ਨਜ਼ਰਾਂ ਐਵੇਂ ਜੱਜ ਕਰਦੀਆਂ ਨੇ, ਯਾਰ ਪਤਾ ਨਹੀਂ ਕਿਉਂ ਇੰਨਾ ਸੱਜ ਧੱਜ ਕੇ ਖੜਦੀ ਆ, ਪਤਾ ਨਹੀਂ ਕਿਉਂ ਖੜਦੀ ਆ। ਕਿਉਂਕਿ ਦੇਖੋ ਢਾਬਾ ਲਾਈਨ ਆ, ਮੁੰਡੇ ਵੀ ਆਉਂਦੇ ਆ, ਕੁੜੀਆਂ ਵੀ ਆਉਂਦੀਆਂ ਏ, ਆਂਟੀਆਂ ਵੀ ਆਉਂਦੀਆਂ, ਅੰਕਲ ਵੀ ਆਉਂਦੇ, ਸਾਰੇ ਹੀ ਆਉਂਦੇ ਆ, ਰੈਸਟੋਰੈਂਟ ਕੋਈ ਵੀ ਆਉਂਦਾ। ਪਰ ਸਿਟੀ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀ, ਇਹ ਲੈਂਡ ਢਾਬਾ, ਇਸ ਕਰਕੇ ਮੈਨੂੰ ਇੱਥੇ ਇਹ ਵਾਲੀ ਸਾਰੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ। ਮੇਰੇ ਸ਼ੌਂਕ ਮਰ ਗਏ ਨੇ, ਕਿਤੇ ਆ ਸਕਦੀ ਹਾਂ ਨਾ ਜਾ ਸਕਦੀ ਹਾਂ, ਕਿਉਂਕਿ ਮੈਂ ਇਹ ਕੰਮ ਹੀ ਨਹੀਂ ਛੱਡ ਸਕਦੀ। ਮੇਰੇ ਤੋਂ ਬਿਨਾਂ ਇੱਥੇ ਕੋਈ ਨਹੀਂ ਹੈ ਕਿ ਮੈਂ ਕਿਸੇ ਨੂੰ ਇੱਥੇ ਬਿਠਾ ਕੇ ਆਪਣੀ ਪਰਸਨਲ ਲਾਈਫ ਲਈ ਮੈਂ 2 ਮਿੰਟ ਕੱਢ ਸਕਾਂ। ਨਹੀਂ, ਜ਼ਿੰਦਗੀ 'ਚ ਬੜੇ ਦੁੱਖ ਦੇਖੇ ਆ। ਕੋਈ ਉਮੀਦ ਹੈਗੀ ਹੈ, ਕੋਈ ਵਿਸ਼ ਹੈਗੀ ਹੈ ਵੀ ਆਹ ਚੀਜ਼ ਹੋ ਜਾਏ? ਵਿਸ਼ ਤਾਂ ਦੇਖੋ, ਜਿਹੜੀ ਮੇਰੀ ਲਾਈਨ ਹੈ ਨਾ, ਇਹ ਮੇਰਾ ਬਸ ਸੁਪਨਾ ਹੈ ਕਿ ਮੈਂ ਆਪਣੇ ਪਾਪਾ ਦੇ ਕੰਮ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂ। ਅਰਦਾਸ ਆ ਵਾਹਿਗੁਰੂ ਅੱਗੇ ਵੀ ਮੇਰੇ ਜੀਵਨ ਦੇ ਵਿੱਚ ਜਿਹੜਾ ਮੇਰਾ ਜੀਵਨ ਸਾਥੀ ਹੋਵੇ, ਕਿਉਂਕਿ ਦੇਖੋ ਹੁਣ ਤਾਂ ਕੋਈ ਉਮੀਦ ਆ ਹੋਰ ਤਾਂ ਕੋਈ ਵੀ ਜੀਵਨ ਸਾਥੀ ਮੇਰਾ ਇਹੋ ਜਿਹਾ ਹੋਵੇ ਜਿਹੜੇ ਮੇਰੇ ਪਾਪਾ ਦੇ ਬਿਜ਼ਨਸ ਨੂੰ ਸਾਂਭ ਲਵੇ, ਔਰ ਮੇਰੀ ਮੰਮੀ ਦਾ ਬੁਢਾਪਾ ਸੁਧਰ ਜਾਵੇ, ਉਹਨਾਂ ਦਾ ਬੁਢਾਪੇ 'ਚ ਸਾਥ ਦੇਵੇ, ਜਵਾਈ ਨਹੀਂ ਪੁੱਤ ਬਣ ਕੇ ਉਹਨਾਂ ਦਾ ਖਿਆਲ ਰੱਖੇ। ਬਸ ਵੀ ਵਾਹਿਗੁਰੂ ਜੀ ਕੋਈ ਐਵੇਂ ਦਾ ਭੇਜੀ ਜਿਹੜਾ ਮੈਨੂੰ ਸਮਝੇ, ਮੇਰਾ ਇਹ ਨਾ ਵੇਖੇ ਕਿ ਕੁੜੀ ਢਾਬੇ 'ਤੇ ਖੜੀ ਹੈ, ਇਹ ਨਾ ਵੇਖੇ। ਸਾਰੀ ਕੁੜੀਆਂ ਇੱਕ ਬਰਾਬਰ ਨਹੀਂ ਹੁੰਦੀਆਂ, ਕੋਈ ਮਜਬੂਰੀ 'ਚ ਖੜਦੀ ਹੈ, ਕੋਈ ਸ਼ੌਂਕ। ਤੇ ਮੇਰਾ ਸ਼ੌਂਕ ਨਹੀਂ, ਮੇਰੀ ਸਿਰਫ ਮਜਬੂਰੀ ਆ, ਕਿਉਂਕਿ ਮੇਰਾ ਸ਼ੌਂਕ ਦਾ ਮੇਰੀ ਟੀਚਿੰਗ ਆ ਜਿਹੜਾ ਕਿ ਹਾਲਾਤਾਂ ਨੇ ਮਾਰਤਾ ਹੈ। ਮੈਂ ਇਹ ਬਸ ਇਹ ਵਿਸ਼ ਆ ਕਿ ਵਾਹਿਗੁਰੂ ਜੀ ਕੋਈ ਐਵੇਂ ਦਾ ਭੇਜਿਓ ਜ਼ਿੰਦਗੀ ਦੇ ਵਿੱਚ ਜਿਹੜਾ ਮੇਰੇ ਹਾਲਾਤ ਸਮਝ ਕੇ ਮੇਰਾ ਹੱਥ ਫੜੇ ਤੇ ਪੂਰੀ ਜ਼ਿੰਦਗੀ ਮੇਰਾ ਸਾਥ ਦੇਵੇ, ਔਰ ਮੇਰੇ ਨਾਲ ਮਿਲ ਕੇ ਜੋ ਮੇਰਾ ਸੁਪਨਾ ਹੈ ਨਾ ਮੇਰੇ ਢਾਬੇ ਦਾ, ਉਹ ਪੂਰਾ ਹੋਵੇ। ਤੁਹਾਡੀ ਹੌਸਲਾ ਅਫਜ਼ਾਈ ਲਈ ਅਸੀਂ ਹਮੇਸ਼ਾ ਨਾਲ ਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ, ਟਾਈਮ ਦਿੱਤਾ। ਥੈਂਕ ਯੂ ਮੈਮ।
ਤੁਸੀਂ ਮੇਰੀ ਇੰਟਰਵਿਊ ਲਈ। ਤੁਸੀਂ ਬਸ ਲੋਕਾਂ ਦਾ ਕਿ ਇੱਕ ਹੀ ਮੇਰਾ ਮੈਸੇਜ ਦਿਓ ਕਿ ਅਗਰ ਕੋਈ ਕੁੜੀ ਇਸ ਲਾਈਨ ਦੇ ਵਿੱਚ ਹੈ ਨਾ, ਤੇ ਇਹ ਨਾ ਸੋਚਿਆ ਕਰੋ ਕਿ ਉਹ ਸ਼ਾਇਦ ਆਪਣੇ ਸ਼ੌਂਕ ਲਈ ਜਾਂ ਕੁਝ ਉਹਦੇ ਲਈ ਖੜਦੀ ਹੈ। ਨਹੀਂ, ਕਿਸੇ ਦੀ ਕੋਈ ਮਜਬੂਰੀ ਹੁੰਦੀ ਆ, ਜਿਵੇਂ ਅੱਜ ਮੇਰੀ ਮਜਬੂਰੀ ਬਣ ਚੁੱਕੀ ਹੈ ਢਾਬੇ ਤੇ ਖੜਨਾ, ਪਰ ਹੁਣ ਮੇਰਾ ਇੱਕ ਇਸ ਮਜਬੂਰੀ ਦੇ ਨਾਲ ਮੇਰਾ ਇੱਕ ਸੁਪਨਾ ਜੁੜ ਗਿਆ ਕਿ ਮੈਂ ਆਪਣੇ ਫਾਦਰ ਸਾਹਿਬ ਦੇ ਨਾਮ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ। ਸੋ ਜੀ ਇਹ ਜਿਹੜਾ ਢਾਬਾ ਚਮਕੌਰ ਸਾਹਿਬ 'ਚ ਹੈ, ਪੂਰੀ ਲੋਕੇਸ਼ਨ ਕੀ ਹੈ ਇੱਕ ਵਾਰ ਦੱਸ ਦਿਓ। ਇਹ ਚਮਕੌਰ ਸਾਹਿਬ ਨੀਲੋ ਪੁਲ ਦੇ ਉੱਪਰ ਢਾਬਾ, ਲੱਕੀ ਵੈਸ਼ਨੂ ਢਾਬਾ। ਸੋ ਜੀ ਇਸ ਧੀ 'ਚ ਬਹੁਤ ਹਿੰਮਤ ਹੈ। ਘਰ 'ਚ ਇੰਨਾ ਕੁਝ ਵਾਪਰਦਾ ਹੈ, ਪਰ ਫਿਰ ਵੀ ਇਹ ਜਿਹੜੀ ਆ ਉਹ ਢਹਿ ਢੇਰੀ ਨਹੀਂ ਢਾਉਂਦੇ, ਕੰਮ ਸਾਂਭਦੇ ਆ, ਆਪਣੀ ਮਦਰ ਨੂੰ ਵੀ ਸਾਂਭ ਰਹੇ ਆ। ਪੂਰਾ ਜਿਹੜਾ ਹੈਗਾ ਫਾਦਰ ਸਾਹਿਬ ਦਾ ਸੁਪਨਾ ਸੀਗਾ ਉਹ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ, ਇੱਥੇ ਜ਼ਰੂਰ ਆਇਓ ਭੈਣ ਦੀ ਹੌਸਲਾ ਅਫਜ਼ਾਈ ਲਈ, ਤੇ ਤਾਂ ਜੋ ਇਹਨਾਂ ਦਾ ਹੌਸਲਾ ਜਿਹੜਾ ਹੋਰ ਵੱਧ ਸਕੇ ਇਸ ਕੰਮ ਦੇ ਵਿੱਚ। ਇਹ ਬਹੁਤ ਉੱਚਾ ਜਿਹੜਾ ਇਸ ਕੰਮ ਨੂੰ ਲੈ ਕੇ ਜਾਣਾ ਚਾਹੁੰਦੇ ਆ। ਇੰਟਰਵਿਊ ਵਧੀਆ ਲੱਗੀ, ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।